श्री गुरु रामदास गुण गावो। श्री अर्जन विघ्नन के नासक, विघ्नन के नासक। हर गोबिंद शुभ सुमत प्रकाशक। श्री हर राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह बिसाला। तरों तरा पर पुन पुन सीसा जी, पुन पुन सीसा। बंदो बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। श्री बाला संदरवाच तोटक छंद। गुर नानक ध्यान सदा करिए। भव बंधन मैं पुन ना परिए। सुख सागर रूप उजागर जो। सब जीतन दंदह आगर जो। गुरु नानक ध्यान सदा करिए। वाहिगुरु जी का खालसा, वाहिगुरु जी की फतेह। गुरु गरीब नवाज। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप गुरु की संगतां वड्डियां भागां वाले वडभागी हो, जो कि संध्या के समय तो ही धन धन श्री गुरु अर्जन देव महाराज जी के पावन पवित्र स्थान विखे धन धन श्री गुरु ग्रंथ साहिब जी के दर्शन करके महाराज जी दीयां खुशियां प्राप्त कर रहे हो। तुर की बाणी सो दर रह रास है। बाणी के जाप सरवण करके लाभ प्राप्त किया है। गुरु साहिब जी की कृपा नाल जो नित की मर्यादा नाल धन धन श्री गुरु नानक देव महाराज जी की पावन पवित्र कथा होंदी आ रही है। उस कथा का हुण समा होया है। जिवें ਸਰੋਤੇ ਜਨ जो भाई संतोख सिंह जी पासों ये कथा सुन रहे सी, उन्होंने जो संसा होया, जो भरम होया, उस संसे की निवृत्ति की। फिर सारे ਸਰੋਤੇ जन खुश हो गए। खुश हो के मुड़ फिर संसा किया है।
ਕਿ ਠੀਕ ਹੈ, ਭਾਈ ਸੰਤੋਖ ਸਿੰਘ ਜੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਮਹਾਨ ਹਨ, ਪਰ ਆਪ ਫਿਰ ਵੀ ਵਿਦਵਾਨ ਹੋ, ਸਾਡਾ ਸੰਸਾਰ ਦੂਰ ਕਰੋ। ਜਿਵੇਂ ਗੁਰਬਾਣੀ ਵਿੱਚ ਬਚਨ ਹੈ ਕਿ ਤੂੰ ਤਾਂ ਜਨਕ ਰਾਜਾ ਅਵਤਾਰ, ਮਹਾਰਾਜ ਜੀ ਨੂੰ ਜਨਕ ਰਾਜੇ ਦਾ ਅਵਤਾਰ ਕਿਹਾ ਗਿਆ ਹੈ। ਅਤੇ ਜਿਹੜੇ ਵਿਦਵਾਨ ਲੋਕ ਹੈ ਉਹਦਾ ਅਰਥ ਕਰਕੇ ਦੱਸ ਕੇ ਸੰਸਾਰ ਸਾਡਾ ਮਿਟਾਉਂਦੇ ਹਨ। ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਦੇ ਕੇ ਸਮਝਾਓ ਬੁਝਾਓ, ਸਾਡਾ ਸੰਸਾਰ ਨਿਵਰਤ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ ਜੋ ਕੁਝ ਆਪ ਜਾਣਦੇ ਹੋ ਸਾਨੂੰ ਦੱਸੋ। ਫਿਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਆਪ ਜੀ ਸੰਗਤ ਜੀ ਬਹੁਤ ਉੱਚੀ ਮੱਤ ਵਾਲੇ ਹੋ। ਜਿਹੜੇ ਵੱਡੇ ਪੁਰਖ ਹੁੰਦੇ ਹੈ ਉਹੀ ਉਹ ਵੱਡਿਆਂ ਦੀ ਕਥਾ ਕਹਿੰਦੇ ਹੈ, ਉਹ ਸਮਝਦੇ ਗੱਲ ਨੂੰ। ਛੋਟੀ ਬੁੱਧੀ ਵਾਲੇ ਨਾ ਗੱਲ ਕਹਿ ਸਕਦੇ ਨਾ ਸਮਝ ਹੀ ਸਕਦੇ ਹੈ। ਆਪ ਜੀ ਨੇ ਜੋ ਸੰਸਾਰ ਕੀਤਾ ਹੈ ਉਸ ਦੇ ਪਰਥਾਏ ਮੈਂ ਦੱਸਦਾ ਹਾਂ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਵੀ ਬੇਅੰਤ ਪ੍ਰਮਾਣ ਹਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਿ ਪਰਮੇਸ਼ਰ ਰੂਪ ਹੈ। ਭਾਈ ਗੁਰਦਾਸ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ, ਜਿਨ੍ਹਾਂ ਨੇ ਆਪਣੇ ਇਸ ਹਸਤ ਕਮਲਾਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਹਿਲੇ ਲਿਖਾਰੀ ਹੋ ਕੇ ਲਿਖੀ। ਉਹਨਾਂ ਨੇ ਜੋ ਬਾਣੀ ਲਿਖੀ ਹੈ ਆਪਣੀ ਵਾਰਾਂ ਵਿੱਚ, ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਬਿਆਨ ਕੀਤਾ ਹੈ। ਹੋਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਭਾਈ ਮਣੀ ਸਿੰਘ ਜੀ ਰਹਿੰਦੇ, ਜਿਨ੍ਹਾਂ ਨੇ ਆਪਣੀ ਸਿੱਖੀ ਤੋੜ ਨਿਭਾਈ, ਉਹਨਾਂ ਦੀ ਜੋ ਲਿਖੀ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਜੋ ਪੁਰਾਤਨ ਜਨਮ ਸਾਖੀ ਹੈ, ਉਹਦੇ ਵਿੱਚ ਵੀ ਇਹ ਪ੍ਰਮਾਣ ਹੈ। ਉਹਨਾਂ ਸਾਰਿਆਂ ਦੀ ਗਵਾਹੀ ਦੇ ਨਾਲ ਹੀ ਮੈਂ ਇੱਥੇ ਲਿਖ ਰਿਹਾ ਹਾਂ। ਪਹਿਲਾਂ ਤਾਂ ਗੁਰਬਾਣੀ ਦਾ ਪ੍ਰਮਾਣ ਦਿੱਤਾ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸ਼ਬਦ ਦੇ ਰਾਹੀਂ ਪ੍ਰਮਾਣ ਦਿੱਤਾ ਕਿ ਗੁਰੂ ਨਾਨਕ ਸਾਹਿਬ ਆਪ ਹੀ ਸਨ ਪਰਮੇਸ਼ਰ, ਜਿਨ੍ਹਾਂ ਨੇ ਜੋਤ ਰੂਪ ਹੋ ਕੇ ਪ੍ਰਕਾਸ਼ ਕੀਤਾ। ਨਿਰੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਰੂਪ ਆਕਾਰ ਧਾਰਨ ਕਰਕੇ ਫਿਰ ਦੂਸਰਾ ਹੋਰ ਦੱਸਿਆ ਕਿ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ। ਇਹ ਦੋ ਪ੍ਰਮਾਣ ਗੁਰਬਾਣੀ ਦੇ ਕੇ ਨਾਲ ਹੀ ਕਹਿ ਦਿੱਤਾ ਵੀ ਬੇਅੰਤ ਸਵਈਏ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਵੀ ਬੇਅੰਤ ਪ੍ਰਮਾਣ ਹਨ, ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਕਿਹਾ ਹੈ। ਹੋਰ ਵੀ ਸੁਣੋ ਆਪ ਜੋ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਜ਼ੂਰੀ ਵਿੱਚ ਰਹਿੰਦੇ ਸੀ, ਉਹਨਾਂ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਨਿਰੰਕਾਰ ਨਾਨਕ ਦੇਓ, ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ ਰੰਗ ਹੋ ਜਾਣ ਤਰੰਗ ਉਠਾਇਆ। ਜੋ ਨਿਰੰਕਾਰ ਪਰਮੇਸ਼ਰ ਹੈ ਉਹੀ ਉਹ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਹਨ। ਅਤੇ ਨਿਰੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਰੂਪ ਆਕਾਰ ਸਰੂਪ ਬਣਾਇਆ। ਫਿਰ ਉਹਨਾਂ ਤੋਂ ਹੀ ਗੁਰੂ ਅੰਗਦ ਦੇਵ ਜੀ, ਉਹਨਾਂ ਦੇ ਅੰਗਾਂ ਤੋਂ ਹੋਏ ਫਿਰ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਹ ਪ੍ਰਮਾਣ ਦਿੱਤੇ ਅਤੇ ਨਾਲ ਹੀ ਕਿਹਾ ਕਿ ਜੋ ਤੁਸਾਂ ਨੇ ਬਚਨ ਕਿਹਾ ਕਿ ਤੂੰ ਤਾਂ ਜਨਕ ਰਾਜਾ ਅਵਤਾਰ, ਉਹਦਾ ਇਸ ਤਰ੍ਹਾਂ ਸਰੋਤਿਓ ਸਮਝ ਲਓ ਜਿਵੇਂ ਕੋਈ ਰਾਜਾ ਬਹੁਤ ਦਾਨ ਕਰਦਾ ਹੋਵੇ ਅਤੇ ਉਹਨੂੰ ਕਿਹਾ ਜਾਂਦਾ ਵੀ ਇਹ ਲੱਗਦਾ ਇੰਦਰ ਹੀ ਆ ਗਿਆ ਹੈ। ਇਸੇ ਤਰ੍ਹਾਂ ਜਨਕ ਰਾਜਾ ਰਾਜ ਭਾਗ ਵਿੱਚ ਵੀ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਵੀ ਪਰਮੇਸ਼ਰ ਦੀ ਭਗਤੀ ਕਰਦਾ ਸੀ, ਨਿਰਲੇਪ ਸੀ, ਰਾਜ ਭਾਗ ਦੇ ਵਿੱਚ ਨਹੀਂ ਸੀ ਫਸਿਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ
ਇਹ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਪਦਾਰਥਾ ਰੂਪੀ ਪਾਣੀ ਹੈ, ਗ੍ਰਹਿਸਥ ਰੂਪੀ ਤਲਾਅ, ਉਹਦੇ ਵਿੱਚ ਮਹਾਰਾਜ ਪ੍ਰਵਿਰਤ ਨਹੀਂ ਹੋਏ, ਗ੍ਰਹਿਣ ਨਹੀਂ ਕੀਤਾ। ਗ੍ਰਹਿਣ ਕਰਕੇ ਵੀ ਨਿਰਲੇਪ ਰਹੇ ਕੰਵਲ ਫੁੱਲ ਵਾਂਗ। ਤੇ ਉਹ ਪਰਮਾਨ ਜੋ ਤੂੰ ਤਾਂ ਰਾਜਾ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਉਸ ਤੁਕ ਵਿੱਚ ਇਹਦਾ ਸਾਰਾ ਨਿਰਣਾ ਕੀਤਾ ਹੈ। ਇਵੇਂ ਤੁਸੀਂ ਉਹ ਜਾਣ ਲਓ, ਨਿਰਣਾ ਕਰ ਲਓ ਵੀ ਉਹ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਰਾਜੇ ਜਨਕ ਨਾਲ, ਜਿਹੜੀ ਨਿਰਲੇਪਤਾ ਕਰਕੇ। ਉਂਝ ਗੁਰੂ ਸਾਹਿਬ ਜੀ ਜਨਕ ਰਾਜ ਦਾ ਅਵਤਾਰ ਨਹੀਂ, ਮਹਾਰਾਜ ਜੀ ਤੇ ਜੋ ਜਨਕ ਕਹੀਏ ਪਰਮੇਸ਼ਰ ਹੈ, ਗਿਆਨ ਸਰੂਪ, ਉਸ ਪਰਮੇਸ਼ਰ ਦਾ ਅਵਤਾਰ ਹਨ। ਜਨਕ ਰਾਜੇ, ਭਾਵੇਂ ਜਨਕ ਰਾਜਾ ਵੀ ਬਹੁਤ ਮਹਾਨ ਹੋਇਆ ਹੈ, ਪਰ ਉਸ ਨੂੰ ਵੀ ਕਿਸੇ ਸਮੇਂ ਭਰਮ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਭਰਮ ਨਹੀਂ ਪਿਆ। ਜਨਕ ਰਾਜੇ ਦੇ ਅਸ਼ਟਾਵਕਰ ਗੁਰੂ ਹੋਏ ਹੈ, ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਹੀਂ ਕੋਈ ਹੋਏ। ਧੁਰ ਤੋਂ ਹੀ ਆਪ ਹੀ ਗੁਰੂ ਬਣ ਕੇ ਆਏ ਸੀ। ਇਸ ਤਰ੍ਹਾਂ ਇਹ ਸਾਰਾ ਨਿਰਣਾ ਕਰਕੇ ਦੱਸਿਆ। ਗੁਰਬਾਣੀ ਵਿੱਚ ਵੀ ਹੋਰ ਬਚਨ ਆਉਂਦੇ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰ ਨਾਨਕ ਨਾਨਕ ਹਰਿ ਸੋਏ। ਹੋਰ ਵੀ ਕਈ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਆਉਂਦੇ ਹੈ। ਕੁਝ ਇੱਥੇ ਆ ਗਏ ਹੈ, ਕਬਿਤ ਸਵਾਈਆਂ ਵਿੱਚ ਵੀ ਆਉਂਦੇ ਹੈ। ਪਰਮੇਸ਼ਰ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਇਹ ਦੱਸ ਕੇ ਸਰੋਤਿਆਂ ਨੂੰ ਉਹਨਾਂ ਦੇ ਮਨ ਦਾ ਸੰਸਾ ਭਰਮ ਮਿਟਾਇਆ, ਤਾਂ ਜੋ ਵੀ ਉਹ ਅਗਲੀ ਜਿਹੜੀ ਕਥਾ ਸੁਣਨ ਤੋਂ ਪਹਿਲਾਂ ਉਹਨਾਂ ਦੇ ਸੰਸ਼ੇ ਨਿਵਰਤ ਹੋ ਜਾਣ। ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਸੀ, ਜਿਸ ਨੂੰ ਹਿੰਦਾਲੀ ਸਿੱਖ ਜਿਹੜਾ ਹੋਇਆ, ਉਹਦੇ ਪੋਤਰੇ ਨਰੰਜਣੀਏ ਨੇ ਕਬੀਰ ਪੰਥੀਆਂ ਵਿੱਚੋਂ ਜੋ ਤਰਲੋਚਨੀਆਂ ਨੇ ਵਿਗਾੜ ਪਾਇਆ ਸੀ, ਉਹਦਾ ਵੀ ਨਿਰਣਾ ਕੀਤਾ। ਉਹ ਆਪਾਂ ਸਰਵਣ ਕਰ ਲਿਆ ਹੈ ਵਿਸਥਾਰ ਸਹਿਤ। ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤੀ ਹੈ ਯਾਤਰਾ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਲਈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਐਮਨਾਬਾਦ ਵੱਲ ਨੂੰ ਹੋਏ, ਇੱਧਰ ਦੀ ਯਾਤਰਾ ਆਰੰਭ ਕੀਤੀ। ਅਤੇ ਭਾਈ ਲਾਲੋ ਜੀ ਉਸ ਦੇ ਘਰ ਵਿੱਚ ਗਏ। ਉਹ ਜਿਵੇਂ ਪ੍ਰਸੰਗ ਆ ਰਿਹਾ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਰਸਨਾ ਤੋਂ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਦਰਵਾਚ ਟੋਟਕ ਛੰਦ। ਗੁਰ ਨਾਨਕ ਧਿਆਨ ਸਦਾ ਕਰੀਐ। ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਸਰੋਤਿਆਂ ਨੂੰ ਕਿਹਾ ਕਿ ਸਰੋਤੇ ਜਨੋ, ਗੁਰੂ ਕੇ ਸਿੱਖੋ, ਜੋ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਰੂਪ ਹਨ, ਉਹਨਾਂ ਦੇ ਚਰਨਾਂ ਦਾ, ਉਹਨਾਂ ਦੇ ਸਰੂਪ ਦਾ ਸਦਾ ਹੀ ਸਾਨੂੰ ਧਿਆਨ ਹੀ ਕਰਨਾ ਚਾਹੀਦਾ ਹੈ, ਸਦਾ ਹੀ ਧਿਆਨ ਲਾਉਣਾ ਚਾਹੀਦਾ ਹੈ ਮਹਾਰਾਜ ਜੀ ਦੇ ਸਰੂਪ ਦਾ। ਭਵ ਬੰਧਨ ਮੈਂ ਪੁੰਨ ਨਾ ਭਰੀਐ। ਜੇ ਤੁਸੀਂ ਕਹੋ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਜਾਂ ਸਰੂਪ ਦਾ ਧਿਆਨ ਧਰਨ ਦਾ ਫਲ ਕੀ ਹੋਊਗਾ, ਕੀ ਮਿਲੂਗਾ, ਅਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਸੰਸਾਰ ਸਮੁੰਦਰ ਵਿੱਚ ਮੋਹ ਮਮਤਾ ਦੇ ਬੰਧਨ ਹੈ, ਸੰਗਲ ਹੈ, ਇਹ ਜਿਹੜੇ ਰੱਸੇ ਬੱਝੇ ਹੋਏ ਹੈ ਜੀਵ ਨੂੰ, ਇਹਨਾਂ ਵਿੱਚ ਨਹੀਂ ਪੈਣਾ ਪਵੇਗਾ। ਫਿਰ ਇਹ ਸਾਰੇ ਮੋਹ ਮਮਤਾ ਦੇ ਬੰਧਨ ਜਿਹੜੇ ਹੈ, ਇਹ ਰੱਸੇ ਬੱਝੇ ਹੋਏ, ਇਹ ਸੰਗਲ ਟੁੱਟ ਜਾਣਗੇ, ਰੱਸੇ ਖੁੱਲ੍ਹ ਜਾਣਗੇ, ਪੈਣਾ ਨਹੀਂ ਪਵੇਗਾ ਨਾ ਬੰਧਨਾਂ ਵਿੱਚ। ਸੁਖ ਸਾਗਰ ਰੂਪ ਉਜਾਗਰ ਜੋ ਗੁਰੂ ਸਾਹਿਬ ਜੀ ਸੁੱਖਾਂ ਦੇ ਸਾਗਰ ਰੂਪ ਹੈ, ਉਜਾਗਰ ਪ੍ਰਗਟ ਪ੍ਰਸਿੱਧ ਹਨ। ਸਭ ਜੀਤਨ ਦੰਬਹਿ ਆਗਰ ਜਿਨ੍ਹਾਂ ਨੇ ਸਤਿਗੁਰੂ ਜੀ ਨੇ, ਜੋ ਬੜੇ ਦੰਭੀ ਪਖੰਡੀ ਲੋਕ ਸਨ, ਪਖੰਡ ਇਕੱਠਾ ਹੋਇਆ ਸੀ,
ਉਹਨਾਂ ਨੂੰ ਜਿੱਤਣ ਵਿੱਚ ਜੋ ਬੜੇ ਆਗਰਮੁਖੀ ਹਨ, ਆ ਸ੍ਰੇਸ਼ਟ ਹਨ। ਦੁਖ ਦਾਰਿਦ ਦੁਖ ਨਿਕੰਦਨ ਹੈ। ਜੋ ਗੁਰੂ ਸਾਹਿਬ ਜੀ ਆ ਦੁੱਖਾਂ ਨੂੰ ਤੇ ਦਲਿਦਰੀ ਗਰੀਬੀ ਨੂੰ, ਦਰਿਦਰ ਜਿਹੜੀ ਆ ਨੀਂਦਾਂ ਆਦਿ ਆਲਸ ਨੂੰ, ਇਹਨਾਂ ਸਾਰਿਆਂ ਨੂੰ ਤੇ ਦੁੱਖ ਦੋਸ਼ਾਂ ਔਗਣਾਂ ਨੂੰ ਦੂਰ ਕਰਨ ਵਾਲੇ, ਕੱਟਣ ਵਾਲੇ ਹੈ। ਹਰ ਬਿੰਦ ਦੁਤੰ ਪਦ ਬੰਧਨ ਹੈ। ਜੋ ਸਤਿਗੁਰ ਜੀ ਦੇ ਚਰਨ ਕਮਲ ਹੈ ਬੜੇ ਸੋਹਣੇ, ਉਹਨਾਂ ਚਰਨ ਕਮਲਾਂ ਦੀ ਜੋ ਸ਼ੋਭਾ ਹੈ, ਐਸੇ ਸ਼ੋਭਾ ਵਾਲੇ ਚਰਨਾਂ ਤੇ ਸਾਡੀ ਬੰਦਨਾ ਹੈ, ਨਮਸਕਾਰ ਹੈ। ਸੁਖ ਕੰਦ ਮਕੰਦ ਗਿਆਨ ਘਨੰ। ਜੋ ਸੁੱਖਾਂ ਦੇ ਬੱਦਲ ਦਾਤੇ ਹੈ, ਮੁਕਤੀ ਦੇ ਦਾਤੇ ਹਨ, ਗਿਆਨ ਦਾ ਤੇ ਬੱਦਲ ਹੀ ਹਨ। ਸਰਨਾਗਤ ਕੇ ਅਗ ਓਗ ਹਨੰ। ਜਿਹੜਾ ਵੀ ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਗਿਆ ਹੈ ਚੱਲ ਕੇ, ਉਸ ਦੇ ਸਮੂਹ ਜਿਹੜੇ ਪਾਪ ਹੈ ਗੁਰੂ ਸਾਹਿਬ ਜੀ ਨੇ ਨਾਸ ਕਰ ਦਿੱਤੇ ਹਨ। ਭਾਵ ਮੈਂ ਭਵ ਕਾਰਨ ਜਾਹੇ ਧਰਾ। ਜੋ ਗੁਰੂ ਸਾਹਿਬ ਜੀ ਨੇ ਆ ਸੰਸਾਰ ਦੇ ਵਿੱਚ ਕਾਰਨ ਜਾਹੇ, ਜਿਸ ਕਾਰਨ ਅਵਤਾਰ ਧਾਰਿਆ ਸੀ। ਅਬ ਚਾਹਤ ਤਾਹੇ ਅਬ ਚਾਹੇ ਤਾਹੇ ਸਪੂਰ ਕਰਾ। ਅਬ ਚਾਹੇ ਤਾਹੇ ਸਪੂਰ ਕਰਾ। ਹੁਣ ਉਸ ਜਿਸ ਕਾਰਨ ਵਾਸਤੇ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੀ, ਉਸ ਨੂੰ ਹੁਣ ਉਸ ਇੱਛਾ ਨੂੰ ਪੂਰੀ ਕਰਨੀ ਚਾਹੁੰਦੇ ਹਨ। ਮਤ ਮੰਦ ਨਰੇ ਨਰ ਧੂਰ ਭਰਿਓ। ਉਹ ਗੁਰੂ ਸਾਹਿਬ ਜੀ ਦੀ ਕੀ ਇੱਛਾ ਹੈ, ਕੀ ਕਰਨਾ ਚਾਹੁੰਦੇ, ਕਿਸ ਕਾਰਨ ਵਾਸਤੇ ਅਵਤਾਰ ਧਾਰਨ ਕੀਤਾ ਸੀ ਕਿ ਜੋ ਕਲਯੁਗ ਦੇ ਵਿੱਚ ਮੰਦੀ ਮਤ ਵਾਲੇ ਇਹ ਜੀਵ ਹਨ, ਇਹ ਬਹੁਤ ਖੋਟੀ ਬੁੱਧੀ ਵਾਲੇ ਹੋ ਗਏ, ਭਰੇ ਪਏ ਹਨ। ਇਸੇ ਤਰ੍ਹਾਂ ਵੀ ਇਹ ਜਿਹੜੇ ਮੰਦੀ ਮਤ ਵਾਲੇ ਜੀਵ ਹੈ, ਮਨੁੱਖ, ਬਹੁਤ ਲੋਕ ਨਰਕਾਂ 'ਚ ਪੈ ਗਏ ਆ, ਨਰਕ ਭਰੇ ਪਏ ਹਨ। ਦੇਖ ਕਹਿ ਹਰ ਕੀਰਤ ਸੇਤ ਕਰਿਓ। ਇਹ ਜਿਹੜੇ ਵੀ ਨਰਕਾਂ 'ਚ ਪੈ ਰਹੇ ਆ, ਕਿੰਨੇ ਪੈ ਗਏ, ਭਰ ਗਏ ਹੈ ਨਰਕਾਂ ਦੇ ਨਰਕ। ਹੁਣ ਜਿਹੜੇ ਅੱਗੇ ਪੁਰਸ਼ ਉਹਨਾਂ ਨਰਕਾਂ ਵਿੱਚ ਪੈਣ, ਉਹਨਾਂ ਨੂੰ ਵੇਖ ਕੇ ਜਿਹੜੀ ਵਾਹਿਗੁਰੂ ਜੀ ਦੀ ਕੀਰਤੀ ਹੈ, ਸਿਫਤ ਸਲਾਘਾ ਹੈ, ਉਸ ਸਿਫਤ ਰੂਪੀ ਕੀਰਤੀ ਰੂਪੀ ਜਿਹੜਾ ਪੁੱਲ ਹੈ ਉਹ ਗੁਰੂ ਸਾਹਿਬ ਜੀ ਨੇ ਤਿਆਰ ਕੀਤਾ। ਤਿਹ ਉਪਰ ਪਾਰ ਪਰੇ ਨਰ ਸੋ। ਜਿਹੜੇ ਵੀ ਨਰ ਉਸ ਗੁਰੂ ਸਾਹਿਬ ਜੀ ਦੀ ਕੀਰਤੀ ਵਡਿਆਈ ਰੂਪ ਪੁੱਲ ਦੇ ਉੱਪਰ ਪੈ ਗਏ ਹੈ, ਭਾਵ ਚੜ੍ਹ ਗਏ ਹੈ, ਉਹ ਸਾਰੇ ਦੇ ਸਾਰੇ ਪਾਰ ਪੈ ਗਏ ਹੈ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਪਦ ਪੰਕਜ ਸੇਵਤ ਜੋ ਉਰਸੋਂ। ਜਿਹੜੇ ਗੁਰੂ ਕੇ ਸਿੱਖ ਬੜੇ ਹਿਰਦੇ ਨਾਲ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਸੇਵਾ ਕਰਦੇ, ਪੂਜਦੇ, ਮਨਾਉਂਦੇ ਹਨ। ਗੁਰ ਰੂਪ ਵਿਖੈ ਨਿਤ ਧਿਆਨ ਧਰੈ। ਤੇ ਗੁਰੂ ਜੀ ਦਾ ਸਰੂਪ ਹੈ ਬੜਾ ਸੁੰਦਰ, ਉਸ ਸਰੂਪ ਵਿੱਚ ਜੋ ਹਮੇਸ਼ਾ ਜਿਹੜਾ ਧਿਆਨ ਧਰਦੇ ਆ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਜਿਹੜੇ ਇਹ ਗੱਲ ਨੂੰ ਜਾਣ ਕੇ ਵੀ ਗੁਰੂ ਤੋਂ ਬਿਨਾਂ ਤੇ ਪਾਰ ਉਤਾਰਾ ਹੋਣਾ ਕੋਈ ਨਹੀਂ ਹੈ, ਤੇ ਹਮੇਸ਼ਾ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਧਰਦੇ ਹੈ। ਗੁਰੂ ਦੇ ਸਰੂਪ ਵਿੱਚ ਵੀ, ਗੁਰੂ ਦੇ ਸਰੂਪ ਨੂੰ ਵੀ ਆਪਣੇ ਹਿਰਦੇ 'ਚ ਧਾਰਦੇ ਹਨ। ਨਿਰਸੰਸ ਭਏ ਜਮ ਤੇ ਨਾ ਡਰੈ। ਉਹ ਸੰਸਿਆ ਤੋਂ ਰਹਿਤ ਹੋ ਗਏ, ਉਹਨਾਂ ਦੇ ਭਰਮ ਖਤਮ ਹੋ ਗਏ ਹੈ, ਤੇ ਜਮ ਤੋਂ ਵੀ ਉਹ ਡਰਦੇ ਨਹੀਂ ਹੈ, ਜਮ ਨੂੰ ਸਗੋਂ ਮਖੌਲ ਕਰਦੇ ਹਨ। ਦੋਹਰਾ ਨਿਕਸੇ ਪੁਰ ਸੁਲਤਾਨ ਤੇ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭੈਣ ਨਾਨਕੀ ਜੀ ਦੀ ਆਗਿਆ ਲੈ ਕੇ ਵੀ ਅਸੀਂ ਦੇਸ਼ਾਂ ਵਿਦੇਸ਼ਾਂ ਨੂੰ ਦੇਖਣਾ ਚਾਹੁੰਦੇ ਹਾਂ, ਤੁਸੀਂ ਬੜੇ ਧੀਰਜ ਰੱਖ ਕੇ ਸਾਨੂੰ ਆਗਿਆ ਦਿਓ। ਤੇ ਭੈਣ ਜੀ ਨੇ ਉਹ ਆਗਿਆ ਦੇ ਦਿੱਤੀ ਹੈ, ਪਰ ਮਨ ਨਹੀਂ ਮੰਨਦਾ ਹੈ, ਵਸ ਵੀ ਨਹੀਂ ਚੱਲਦਾ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਅੱਗੇ ਕਿਸ ਦਾ ਵਸ, ਆਏ ਨਿਮਾਣੇ ਜੇ ਹੋਏ ਹੈ। ਇੱਧਰ ਗੁਰੂ ਨਾਨਕ ਸਾਹਿਬ ਜੀ
ਆਗਿਆ ਲੈ ਕੇ ਸੁਲਤਾਨਪੁਰ ਤੋਂ ਨਿਕਲੇ ਹਨ। ਮਰਦਾਨਾ ਸੰਗ ਲੀਨਾ ਭਾਈ ਮਰਦਾਨੇ ਨੂੰ ਵੀ ਨਾਲ ਲੈ ਲਿਆ ਹੈ। ਕਮਲਾਲਨ ਤੇ ਬਚਪਨੇ ਫਿਰ ਉਸ ਵਕਤ ਨਿਕਲਦਿਆਂ ਸਾਰੇ ਸੁਲਤਾਨਪੁਰ ਤੋਂ ਜੋ ਕਮਲ ਵਰਗਾ ਮੁਖ ਹੈ ਸਤਿਗੁਰ ਜੀ ਦਾ, ਉਸ ਤੋਂ ਬਚਨ ਕਹੇ ਹਨ। ਸ੍ਰੀ ਗੁਰ ਪਰਮ ਪਰਬੀਨਾ ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਬੜੇ ਮਹਾਨ ਹੈ ਤੇ ਚਤਰ ਸਿਆਣੇ ਅੰਤਰਜਾਮੀ ਹਨ। ਹਮ ਮੂਰਖ ਤੁਮ ਚਤਰ ਸਿਆਣੇ। हे ਮਹਾਰਾਜ ਅਸੀਂ ਮੂਰਖ ਲੋਕ ਹਾਂ, ਆਪ ਜੀ ਚਤਰ ਸਿਆਣੇ ਹੋ। ਐਸੇ ਅੰਤਰਜਾਮੀ ਮਹਾਰਾਜ ਜੀ ਨੇ ਭਾਈ ਮਰਦਾਨੇ ਜੀ ਨੂੰ ਬਚਨ ਕਹੇ ਹੈ। ਟੋਟਕ ਛੰਦ ਚਲ ਬੇਚਿਤ ਚਾਹਤ ਹੋ ਕਿਤ ਕੋ ਚਲ ਬੇਚਿਤ ਚਾਹਤ ਕਿਹਾ ਹੈ। हे ਭਾਈ ਮਰਦਾਨਾ ਜੀ, ਆ ਕਿਸ ਪਾਸੇ ਵੱਲ ਨੂੰ ਤੁਸੀਂ ਜਿਹੜਾ ਚਿੱਤ ਵਿੱਚ ਚੱਲਿਆ ਚਾਹੁੰਦੇ ਹੋ, ਕਿੱਧਰ ਜਾਣਾ ਚਾਹੁੰਦੇ ਹੋ? ਅਬ ਦੇਹੋ ਬਤਾਏ ਚੱਲਾਂ ਤਿਤ ਕੋ। ਹੁਣ ਤੁਸੀਂ ਭਾਈ ਮਰਦਾਨਾ ਜੀ ਸਾਨੂੰ ਦੱਸ ਦਿਓ ਵੀ ਕਿੱਧਰ ਜਾਣਾ ਚਾਹੁੰਦੇ ਹੋ। ਜਿੱਧਰ ਕਹੋਗੇ ਉੱਧਰ ਹੀ ਚੱਲਦੇ ਹਾਂ। ਨਿਜ ਦਾਸ ਉਦਾਹਰਨ ਕਾਜ ਚੱਲੇ। ਐਸੇ ਜੋ ਗੁਰੂ ਨਾਨਕ ਸਾਹਿਬ ਜੀ ਹੈ, ਜੋ ਆਪਣੇ ਦਾਸ ਹੈ, ਸਿੱਖ ਸੇਵਕ ਹੈ, ਉਹਨਾਂ ਨੂੰ ਉਦਾਹਰਨ ਵਾਸਤੇ ਇਸ ਕੰਮ ਨੂੰ ਚੱਲੇ ਹਨ। ਉਹ ਮਾਨਵ ਕੇ ਜਿਨ ਦੁਖ ਦਲੇ। ਜਿਸ ਸਤਿਗੁਰੂ ਜੀ ਨੇ ਬਹੁਤ ਭੁੱਲੇ ਭਟਕੇ ਮਨੁੱਖਾਂ ਦੇ ਬਹੁਤ ਜਿਹੜੇ ਦੁੱਖ ਹੈ, ਦੁੱਖ ਦੇਣ ਵਾਲੇ ਦੁੱਖ ਕਸ਼ਟ ਹੈ, ਉਹ ਦਲੇ ਮਲੇ ਹਨ। ਦਵਈਆ ਛੰਦ ਕਹਿ ਮਰਦਾਨਾ ਜਿਤ ਨਿਜ ਇੱਛਾ। ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ ਹੈ, ਮਹਾਰਾਜ ਮੈਂ ਕੀ ਦੱਸਣਾ ਹੈ, ਜਿੱਧਰ ਆਪ ਜੀ ਦੀ ਆਪਣੀ ਇੱਛਾ ਹੈ। ਗੱਛਹੁ ਸੱਚ ਸਰੀਰਾ। हे ਪਵਿੱਤਰ ਸਰੀਰ ਵਾਲੇ, ਸੋਹਣੇ ਸਰੀਰ ਵਾਲੇ ਗੁਰੂ ਸਾਹਿਬ ਜੀ, ਉੱਧਰ ਹੀ ਚੱਲੋ। ਆਗੇ ਤਵ ਪਾਛੈ ਹੋ ਚੱਲ ਹੋ। ਆਪ ਮੇਰੇ ਮਾਲਕ ਹੋ। ਮਾਲਕ ਦਾ ਤਾਂ ਜਿੱਧਰ ਮਾਲਕ ਜਾਵੇ, ਨੌਕਰ ਦਾ ਫਰਜ਼ ਉੱਧਰ ਹੀ ਜਾਣਾ। ਆਪ ਗੁਰੂ ਸਾਹਿਬ ਜੀ ਅੱਗੇ ਅੱਗੇ ਚੱਲੋ, ਮੈਂ ਪਿੱਛੇ ਚੱਲਦਾ ਹਾਂ। ਸ੍ਰੀ ਪ੍ਰਭ ਗੁਣੀ ਗਹੀਰਾ। हे ਸ਼੍ਰੋਮਣੀ ਪ੍ਰਭੂ ਪਰਮੇਸ਼ਰ ਜੀ, ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ। ਜਗ ਗੁਰ ਕਹਿ ਏਮ ਨਾ ਵਾਧੂ। ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਐ, ਗੁਰੂ ਜੀ ਨੇ ਕਿਹਾ ਹੈ ਭਾਈ ਮਰਦਾਨਾ ਜੀ, ਜੋ ਐਮਣਾਬਾਦ ਹੈ, ਏਕ ਨਗਰ ਔਰ ਲਖੀਏ। ਇੱਕ ਐਮਣਾਬਾਦ ਸ਼ਹਿਰ ਨਗਰ ਹੈ, ਉਹਨੂੰ ਹਿਰਦੇ ਚ ਜਾਣੀਏ। ਤਹਤ ਖਾਨ ਇੱਕ ਲਾਲੋ ਬਸਈ। ਉਸ ਐਮਣਾਬਾਦ ਸ਼ਹਿਰ ਵਿੱਚ ਸਾਰੇ ਵਸਦੇ ਐ, ਖੱਤਰੀ ਬ੍ਰਾਹਮਣ ਸੂਦ ਵੈਸ ਸਾਰੇ ਲੋਕ ਵਸਦੇ ਐ, ਮੁਸਲਮਾਨ ਵੀ ਵਸਦੇ ਐ। ਉਸ ਸ਼ਹਿਰ ਵਿੱਚ ਇੱਕ ਤਰਖਾਣ ਵਸਦਾ, ਜਿਹਦਾ ਨਾਮ ਹੈ ਭਾਈ ਲਾਲੋ ਵੀ। ਉਹਦਾ ਵੀ ਉੱਥੇ ਘਰ ਹੈ, ਉਹਦੀ ਵੀ ਉੱਥੇ ਵਸੋ ਹੈ। ਚਲ ਹੈ ਪਰਾਕ ਤਿਹ ਪਿਖੀਏ। ਚੱਲੋ ਪਹਿਲਾਂ ਉਹਨਾਂ ਪਾਸ ਹੀ ਜਾਈਏ ਤੇ ਉਸ ਭਾਈ ਲਾਲੋ ਜੀ ਨੂੰ ਵੇਖੀਏ। ਇਹ ਬਿਦ ਕਹਿ ਕਰ ਕਮਲ ਬਦਨ ਤੇ। ਇਸ ਤਰ੍ਹਾਂ ਕਹਿ ਕਰਕੇ ਜੋ ਕਮਲ ਵਰਗਾ ਮੁਖ ਹੈ ਸਤਿਗੁਰੂ ਜੀ ਦਾ, ਮੰਦ ਮੰਦ ਗਤ ਜਾਏ। ਹੌਲੀ ਹੌਲੀ ਸਹਿਜ ਸਹਿਜ ਚਾਲ ਦੇ ਨਾਲ ਗੁਰੂ ਸਾਹਿਬ ਜੀ ਚੱਲਦੇ ਹਨ। ਪਦਵੀ ਮੈਂ ਪਦ ਪੰਕਜ ਸੁੰਦਰ। ਪਦਵੀ ਕਹੀਏ ਧਰਤੀ ਜਾਂ ਪਦਵੀ ਕਹੀਏ ਰਾਹ। ਰਾਹ ਦੇ ਵਿੱਚ ਚਰਨ ਕਮਲ ਜੋ ਬੜੇ ਸਤਿਗੁਰ ਜੀ ਦੇ ਸੁੰਦਰ ਸੋਹਣੇ ਹਨ। ਦਾਸ ਹਿਰਦੇ ਜੋ ਬਸਾਏ। ਜਿਹੜੇ ਵੀ ਦਾਸਾਂ ਨੇ ਗੁਰੂ ਸਾਹਿਬ ਜੀ ਦੇ ਐਸੇ ਸੋਹਣੇ ਚਰਨ ਵਸਾਏ ਨਾ ਆਪਣੇ ਹਿਰਦੇ ਵਿੱਚ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਗਏ ਹੈ। ਐਸੇ ਗੁਰੂ ਨਾਨਕ ਸਾਹਿਬ ਜੀ ਸੋਹਣਿਆਂ ਚਰਨਾਂ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਚੱਲਦੇ ਹੈ। ਬਾਸੁਰ ਦਾਸ ਸਪਤਮ ਮਹਿ ਪਹੁੰਚੇ। ਇਸ ਤਰ੍ਹਾਂ ਸੁਲਤਾਨਪੁਰ ਤੋਂ ਚੱਲਦਿਆਂ ਚੱਲਦਿਆਂ 17 ਕੁ ਦਿਨਾਂ ਬਾਅਦ ਪਹੁੰਚੇ ਐਮਣਾਬਾਦ। ਨਗਰ ਏਮਨਾ ਵਾਧੂ। ਜੋ ਐਮਣਾਬਾਦ ਸ਼ਹਿਰ ਨਗਰ ਹੈ। ਗਏ ਸਦਨ ਤਿਹ ਦੁਖ ਨਿਕੰਦਨ। ਜੋ ਭਾਈ ਲਾਲੋ ਜੀ ਬੜਾ ਸਿੱਖ ਮਹਾਨ ਹੈ,
ਉਹਦੇ ਘਰ ਸਤਿਗੁਰ ਜੀ ਚਲੇ ਗਏ ਆ, ਜੋ ਦੁੱਖਾਂ ਨੂੰ ਦੂਰ ਕਰਨ ਵਾਲੇ, ਕੱਟਣ ਵਾਲੇ ਹਨ। ਸੇਵਕ ਦਾ ਅਹਲਾਦੂ, ਜੋ ਆਪਣੇ ਸੇਵਕਾਂ ਨੂੰ ਆਨੰਦ ਦੇਣ ਵਾਲੇ ਹੈ, ਖੁਸ਼ੀ ਦੇ ਦਾਤੇ ਹਨ। ਹੀਰ ਮੁਖਾਰ ਬਿੰਦ ਪਾਠਾਂਡੋ, ਇਧਰ ਭਾਈ ਲਾਲੋ ਜੀ ਨੇ ਦੇਖਿਆ ਵੀ ਕੋਈ ਸਾਧੂ ਪੂਰਣੀ ਆ ਗਏ ਹੈ। ਐਸਾ ਕਵਲ ਵਰਗਾ ਮੁਖੜਾ ਦੇਖ ਕੇ ਭਾਈ ਲਾਲੋ ਤੇ ਹੱਥ ਜੋੜ ਕੇ ਖੜਾ ਹੋ ਗਿਆ ਹੈ। ਪਦ ਬੰਦਨ ਕਰ ਬੰਦੀ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦਰਸ ਬਿਲੋਕਤ ਸਾਧ ਭਈ ਮਨ, ਜਦੋਂ ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ, ਦਰਸ਼ਨ ਦੇਖਦੇ ਮਨ ਨੂੰ ਸ਼ਾਂਤੀ ਹੋ ਗਈ ਹੈ। ਲਾਲੋ ਹਿਰਦੇ ਆਨੰਦੇ, ਭਾਈ ਲਾਲੋ ਜੀ ਦਾ ਜਿਹੜਾ ਹਿਰਦਾ ਹੈ ਉਹਦੇ ਵਿੱਚ ਆਨੰਦ ਹੀ ਭਰ ਗਿਆ ਹੈ। ਚਿਤ ਕਰਤਾਰ ਨਿਤ ਹੋਇਆ ਤੋ ਕੋ, ਅੱਗੋਂ ਸਤਿਗੁਰੂ ਜੀ ਨੇ ਕਿਹਾ ਹੈ, ਹੇ ਭਾਈ ਲਾਲੋ ਤੈਨੂੰ ਜੋ ਕਰਤਾਰ ਹੈ, ਪਰਮੇਸ਼ਰ ਹੈ, ਉਹ ਚਿੱਤ ਵਿੱਚ ਸਦਾ ਹੀ ਯਾਦ ਰਹੇ। ਐਸ ਕਿਰਤ ਕੋ ਕਰੀਏ, ਹੁਣ ਤੁਸੀਂ ਬੈਠ ਜਾਓ, ਜਿਹੜੀ ਆਪਣੀ ਕਿਰਤ ਕਮਾਈ ਹੈ ਹੱਕ ਸੱਚ ਦੀ, ਉਸ ਨੂੰ ਵੀ ਕਰੀਏ। ਉਚਤ ਲਾਲੋ ਆਏ ਕਿਤ ਤੇ, ਫਿਰ ਭਾਈ ਲਾਲੋ ਜੀ ਨੇ ਪੁੱਛਿਆ ਹੈ, ਕਿਹਾ ਹੈ, ਐ ਸੰਤ ਜੀ ਤਪਾ ਜੀ ਆਪ ਕਿੱਧਰੋਂ ਤੇ ਕਿਸ ਤਰ੍ਹਾਂ ਆਏ ਹੋ? ਕਰੁਣਾ ਸਦਨ ਉਚਰੀਏ, ਹੇ ਕਿਰਪਾ ਦੇ ਘਰ ਪਰਮੇਸ਼ਰ ਰੂਪ ਸੰਤ ਜੀ ਆਪਣੇ ਮੁਖ ਤੋਂ ਦੱਸੀ ਵੀ ਆਪ ਕਿੱਥੋਂ ਆਏ ਹੋ। ਬੇਸ ਅਪੂਰਬ ਰੂਪ ਅਨੂਪਮ, ਕਿਉਂਕਿ ਜੋ ਆਪ ਜੀ ਦਾ ਲਿਬਾਸ ਹੈ ਉਹ ਅਪੂਰਬ ਆਸ਼ਚਰਜ ਜਿਹਾ ਹੀ ਹੈ ਕਿ ਜੋਗੀ ਹੋਵੇ ਤੇ ਉਹ ਹੱਥ 'ਚ ਉਹਨੇ ਇਵੇਂ ਤਰਦੰਡੀ ਜੀ ਫੜੀ ਹੁੰਦੀ ਹੈ, ਕੰਨ ਪਾੜੇ ਹੁੰਦੇ ਆ, ਭਗਵਾ ਵੇਸ ਕੀਤਾ ਹੁੰਦਾ, ਝੋਲੀ ਪਾਈ ਹੁੰਦੀ ਹੈ, ਸਿੰਘੀ ਫੜੀ ਹੁੰਦੀ ਹੈ, ਨਿਸ਼ਾਨੀਆਂ ਜੋਗੀ ਦੀਆਂ, ਜਾਂ ਜੰਗਮ ਸਰੇਵੜੇ ਬਰਗਤੀ ਸੰਨਿਆਸੀ ਇਹਨਾਂ ਦੇ ਲਿਬਾਸ ਹੈ। ਜੇ ਬਾਹਮਣ ਆਦਿਕ ਹੋਵੇ ਤੇ ਉਹ ਤਿਲਕ ਲਾਏ ਹੁੰਦੇ ਮੱਥੇ ਤੇ, ਗਲ ਵਿੱਚ ਪਰਣਾ ਪਾਇਆ ਹੁੰਦਾ, ਤਿੜ ਧੋਤੀ ਬੰਨੀ ਹੁੰਦੀ, ਜਨੇਊ ਪਾਇਆ ਹੁੰਦਾ, ਚੁਟੀਆਂ ਹੁੰਦੀ ਸਿਰ ਦੇ ਉੱਪਰ, ਉਹ ਨਿਸ਼ਾਨੀਆਂ ਹੁੰਦੀਆਂ। ਜਿਸ ਕਰਕੇ ਮਹਾਰਾਜ ਜੀ ਦਾ ਤੇ ਜਿਹੜਾ ਆਚਰਜੀ ਸਰੂਪ ਜਿਹਾ ਲਿਬਾਸ, ਕਹਿਣ ਲੱਗਾ ਕਿ ਆਪ ਜੀ ਦਾ ਸਤਿਗੁਰੂ ਜੀ ਇਹ ਜਿਹੜਾ ਭੇਸ ਹੈ, ਲਿਬਾਸ ਹੈ, ਇਹ ਤੇ ਆਚਰਜੀ ਹੈ, ਰੂਪ ਆਪ ਜੀ ਦਾ ਅਨੂਪਮੀ ਹੈ। ਮధుਰ ਮੁਖਰ ਗਤ ਦਾਨਾ, ਆਪ ਜੀ ਦੇ ਬਚਨ ਬੜੇ ਮਿੱਠੇ ਹੈ, ਮੁਕਤੀ ਨੂੰ ਦੇਣ ਵਾਲੇ ਹਨ। ਜੀਤ ਨਿਰੰਤਰ ਪ੍ਰੀਤ ਵਧੀ ਮੁਝ, ਆਪ ਜੀ ਦੇ ਐਸੇ ਬਚਨ ਸੁਣ ਕੇ, ਦਰਸ਼ਨ ਕਰਕੇ ਮੇਰੇ ਮਨ ਵਿੱਚ ਤੇ ਇੱਕ ਰਸ ਬਹੁਤ ਪ੍ਰੀਤ ਪ੍ਰੇਮ ਵਧਿਆ ਹੈ। ਹੇਰਤ ਹੋਵਤ ਜਾਨਾ, ਆਪ ਜੀ ਨੂੰ ਦੇਖ ਦੇਖ ਕੇ ਤੇ ਮੈਨੂੰ ਇਹ ਤਪਾ ਜੀ ਆ ਚੈਨ ਹੋ ਰਿਹਾ ਹੈ। ਕਹਿ ਨਾਨਕ ਪਰਦੇਸੀ ਹਮ ਹੈ, ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ ਲਾਲੋ ਜੀ ਅਸੀਂ ਤੇ ਪਰਦੇਸੀ ਹਾਂ। ਨਹੀਂ ਨਿਕੇਤਨ ਮੇਰਾ, ਸਾਡਾ ਜਿਹੜਾ ਘਰ ਉਹ ਤੇਰੇ ਨੇੜੇ ਤੇੜੇ ਨਹੀਂ ਹੈ, ਅਸੀਂ ਤੇ ਬਹੁਤ ਦੂਰ ਤੋਂ ਆਏ ਆ, 17 ਦਿਨ ਲੱਗੇ ਇੱਥੇ ਪਹੁੰਚਦਿਆਂ ਪੰਜਾਬ ਦੇ ਕੋਲ ਹਾਂ। ਲਖੋ ਬੇਸ ਦਰਵੇਸ਼ ਹਮਾਰੋ, ਜਿਹੜਾ ਸਾਡਾ ਆ ਲਿਬਾਸ ਹੈ ਇਹ ਭੇਖ ਹੈ, ਇਹ ਦਰਵੇਸ਼ਾਂ ਵਾਲਾ ਜਾਣ ਲੋ। ਦੇਸ਼ ਵਿਦੇਸ਼ ਨਹਿਰਾ, ਅਸੀਂ ਜਿਹੜਾ ਇਹ ਦੇਸ਼ ਤੇ ਬਾਹਰਲੇ ਇਲਾਕੇ ਵਿਦੇਸ਼ ਉਹ ਵੇਖਦੇ ਹਾਂ, ਵੇਖਦੇ ਫਿਰ ਰਹੇ ਹਾਂ। ਛਪਾ ਦਰਸ਼ਨ ਪਰਸਤ ਮਿਟਤ ਕਲੁਖ, ਇਹ ਕਹਿਣ ਲੱਗੇ ਭਾਈ ਲਾਲੋ ਜੀ ਮਹਾਰਾਜ ਆਪ ਜੀ ਦਾ ਜਿਹੜਾ ਦਰਸ਼ਨ ਕਰਕੇ ਤੇ ਆਪ ਜੀ ਦੇ ਚਰਨ ਪਰਸ ਕੇ ਆਦੇ ਪਾਪ ਹੀ ਮਿਟ ਰਹੇ ਹਨ। ਸ਼ੁਭ ਬਦਨ ਬਿਰਾਜ ਹੈ, ਆਪ ਜੀ ਦਾ ਜਿਹੜਾ ਮੁਖ ਉਹ ਵੀ ਬੜਾ ਸੋਹਣਾ ਚੰਗਾ ਹੀ ਬਿਰਾਜ ਰਿਹਾ, ਸਜ ਰਿਹਾ ਹੈ, ਬੜੀ ਲਾਲੀ ਛਾਈ ਹੋਈ ਹੈ। ਜਨਮ ਮਰਨ ਭਵ ਮਦ, ਇਹ ਸੰਸਾਰ ਦੇ ਵਿੱਚ ਜਿਹੜਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਨਸ਼ਟ ਕਰ ਤਮ ਤਨ ਸਾਜ ਹੈ। ਆਪ ਜੀ ਦਾ ਜਿਹੜਾ ਸਰੀਰ ਹੈ ਇਸ ਜੰਮਣ ਮਰਨ ਨੂੰ ਸੰਸਾਰ ਵਿੱਚ
ਨਸ਼ਟ ਕਰਨ ਵਾਸਤੇ ਸੱਜ ਰਿਹਾ ਫਬ ਰਿਹਾ ਹੈ। ਹਮ ਸਮ ਨਰ ਅਗ ਕਰਤ। ਇਹ ਤਪਾ ਜੀ ਅਸੀਂ ਕੀ ਦਸੀਏ ਵੀ ਸਾਡੇ ਵਰਗੇ ਜਿਹੜੇ ਭੁੱਲੇ ਹੋਏ ਭਟਕੇ ਹੋਏ ਲੋਕ ਮਨੁੱਖ ਹੈ ਉਹ ਤੇ ਬਹੁਤ ਪਾਪ ਕਰਦੇ ਹਨ। ਤਿਨਹ ਅਪਵਰਗ ਉਦਾਰ ਹੈ। ਉਹਨਾਂ ਸਾਡੇ ਵਰਗੇ ਪਾਪੀਆਂ ਨੂੰ ਆਪ ਕੇਵਲ ਮੁਕਤੀ ਦੇਣ ਵਾਸਤੇ ਬੜੇ ਸਖੀ ਦਾਤੇ ਹੋ ਜੀ। ਉਪਜਤ ਸੁਖ ਔਰ ਮਦ। ਆ ਹਿਰਦੇ ਦੇ ਵਿੱਚ ਜਿਹੜਾ ਸੁਖ ਪੈਦਾ ਹੋ ਰਿਹਾ ਹੈ। ਸੁਨਤ ਹਉ ਬਚਨ ਤਿਹਾਰ ਹੈ। ਆਪ ਜੀ ਦੇ ਮਹਾਨ ਮਿੱਠੇ ਪਿਆਰੇ ਬਚਨ ਸੁਣ ਕੇ ਬਹੁਤ ਸੁਖ ਹੋ ਰਿਹਾ ਹੈ ਜੀ। ਸੁਖ ਕੰਦ ਮਕੰਦ ਸੋ ਸੰਤ ਹੋ। ਸੁੱਖਾਂ ਦੇ ਦਾਤੇ ਮੁਕਤੀ ਦਾਤੇ ਆਪ ਜੀ ਤਾਂ ਪੂਰਨ ਸਾਧੂ ਹੀ ਹੋ। ਨਾਮ ਉਚਾਰਨ ਨਿਜ ਕਰੋ। ਐ ਸਾਧੂ ਜੀ ਸੰਤ ਜੀ ਕਿਰਪਾ ਕਰਕੇ ਆਪਣਾ ਜਿਹੜਾ ਨਾਮ ਹੈ ਉਹ ਵੀ ਆਪਣੇ ਮੁਖੋਂ ਦਸੀਏ ਜੀ। ਤੁਮ ਚਰਨ ਸ਼ਰਨ ਮਨ ਪਰਮ ਸਮ। ਮਮ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਮੇਰਾ ਮਨ ਪੈ ਗਿਆ ਹੈ। ਕਰੁਣਾ ਕਰ ਕਰੁਣਾ ਡਰੋ। ਇਹ ਕਰੁਣਾ ਦੀ ਖਾਣ ਕਿਰਪਾ ਦੀ ਖਾਣ ਸਾਡੇ ਤੇ ਕਿਰਪਾ ਦਇਆ ਹੀ ਕਰੋ। ਆ ਦਇਆ ਦੇ ਨਾਲ ਹੀ ਢਲੋ ਜੀ। ਦੋਹਰਾ ਬੋਲੇ ਸ੍ਰੀ ਮੁਖ ਸੋ ਬਚਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੋਹਣੇ ਸੋਭਾ ਵਾਲੇ ਮੁਖ ਤੋਂ ਬਚਨ ਬੋਲੇ ਹੈ। ਜਾਨ ਜਾਹੋਗੇ ਆਪ। ਕਿਹਾ ਹੈ ਭਾਈ ਲਾਲੋ ਜੀ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਵੀ ਅਸੀਂ ਕੌਣ ਆ, ਤੁਸੀਂ ਆਪੇ ਹੀ ਆ ਸਾਡੇ ਬਾਰੇ ਜਾਣ ਜਾਓਗੇ। ਅਬ ਬੈਸਹੁ ਕ੍ਰਿਤ ਕੋ ਕਰੋ। ਇਸ ਕਰਕੇ ਤੁਸੀਂ ਇੱਧਰ ਨਾ ਪਾਓ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ। ਤੁਸੀਂ ਆਪਣਾ ਬੈਠ ਕੇ ਹੱਕ ਸੱਚ ਦੀ ਜਿਹੜੀ ਕਿਰਤ ਕਰ ਰਹੇ ਹੋ ਉਸ ਕੰਮ ਨੂੰ ਕਰੋ। ਹਰ ਹਰ ਜਪੀਏ ਜਾਪ। ਤੇ ਬੈਠ ਕੇ ਕਿਰਤ ਕਰੋ ਤੇ ਜੋ ਵਾਹਿਗੁਰੂ ਦਾ ਜਾਪ ਹੈ ਵਾਹਿਗੁਰੂ ਵਾਹਿਗੁਰੂ ਜਾਪ ਜਪੀਏ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੀ ਜਾਓ ਚਿਤ ਨਿਰੰਜਨ ਨਾਲ ਰੱਖੋ। ਦੁਵਈਆ ਸ਼ਾਨਦਾਰ ਪ੍ਰਗਟਿਓ ਤਪਾ ਏਕ ਸ੍ਰੀ ਨਾਨਕ। ਸੁਣ ਕੇ ਭਾਈ ਲਾਲੋ ਜੀ ਨੇ ਕਿਹਾ ਹੈ ਕਿ ਐ ਤਪਾ ਜੀ ਮੈਂ ਤੇ ਇਵੇਂ ਸੁਣਿਆ ਹੈ ਕਿ ਤਲਵੰਡੀ ਨਗਰ ਜੋ ਹੈ ਤੇ ਉੱਥੇ ਇੱਕ ਸ੍ਰੀ ਗੁਰੂ ਨਾਨਕ ਦੇਵ ਕਰਕੇ ਤਪਾ ਪ੍ਰਗਟਿਆ ਹੈ ਅਵਤਾਰ ਧਾਰਨ ਕੀਤਾ ਹੈ। ਭਾਸਤ ਹੋ ਤੁਮ ਸੋ। ਮੈਨੂੰ ਤੇ ਤੁਸੀਂ ਉਹੀ ਉਹ ਪ੍ਰਤੀਤ ਹੋ ਰਹੇ ਹੋ ਜੋ ਤਪਾ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਹੈ ਤਲਵੰਡੀ ਵਿੱਚ। ਨਹਿ ਸਮਾਨ ਰਾਵਰ ਕੋ ਦਿਸਹਿ। ਕਿਉਂਕਿ ਆਪ ਜੀ ਦੇ ਬਰਾਬਰ ਦਾ ਦੇ ਅੱਜ ਤੱਕ ਮੈਂ ਕੋਈ ਦੇਖਿਆ ਨਹੀਂ ਤੇ ਨਾ ਮੈਨੂੰ ਦੇਸੀ ਰਿਹਾ ਹੈ। ਖੋਜੋ ਦਸ ਦਿਸ ਜੋ ਵੀ ਮੈਂ ਜਾ ਕੇ ਦਸਾਂ ਦਿਸ਼ਾਂ ਵਿੱਚ ਵੀ ਲੱਭਾਂ ਢੂੰਡਾਂ ਤੇ ਆਪ ਵਰਗਾ ਤੇ ਕੋਈ ਨਹੀਂ ਦਿਸ ਰਿਹਾ। ਤਦਪ ਭੀ ਤੁਮਰੇ ਬਿਨ ਭਾਖੇ। ਭਾਵੇਂ ਕਿ ਮੈਨੂੰ ਤੇ ਪ੍ਰਤੀਤ ਉਹੀਓ ਤਪਾ ਗੁਰੂ ਨਾਨਕ ਸਾਹਿਬ ਵੀ ਦਿਖ ਰਹੇ ਹੋ ਫਿਰ ਵੀ ਆਪ ਜੀ ਦੇ ਮੁਖ ਤੋਂ ਕਿਹਾ ਹੋਇਆ। ਨਹ ਆਵਤ ਪ੍ਰਤੀਤੋ। ਜਿੰਨਾ ਚਿਰ ਆਪ ਨਹੀਂ ਮੈਨੂੰ ਮੁਖੋਂ ਕਹਿ ਕੇ ਦੱਸਦੇ ਵੀ ਕੌਣ ਹੋ ਐ ਤਪਾ ਜੀ ਮੈਨੂੰ ਪ੍ਰਤੀਤੀ ਨਹੀਂ ਹੋ ਆਉਣੀ ਹੈ ਭਰੋਸਾ ਨਹੀਂ ਆਉਣਾ ਹੈ ਵੀ ਆਪ ਕੌਣ ਹੋ। ਕਹਿ ਮਰਦਾਨਾ ਜਾਨਹੁ ਸੋ। ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਚੋਪੀ ਕੀਤੇ ਰਹੇ ਐ। ਕਹਿਣ ਲੱਗੇ ਭਾਈ ਮਰਦਾਨਾ ਜੀ ਵੀ ਹਾਂ ਭਾਈ ਲਾਲੋ ਜੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਨਾ ਵੀ ਗੁਰੂ ਨਾਨਕ ਸਾਹਿਬ ਤਲਵੰਡੀ ਨਗਰ ਹੋਏ ਐ ਤਪਾ ਜੀ ਇਹ ਉਹੀਓ ਗੁਰੂ ਨਾਨਕ ਸਾਹਿਬ ਐਵੇਂ ਜਾਣ। ਰੱਖੋ ਸ਼ਰਧਾ ਚਿਤੂ। ਆਪਣੇ ਚਿੱਤ ਵਿੱਚ ਤੂੰ ਸ਼ਰਧਾ ਰੱਖ ਗੁਰੂ ਨਾਨਕ ਸਾਹਿਬ ਹੀ ਹਨ। ਸ਼ੰਕਰ ਛੰਦ ਸੁਣ ਕਰ ਕਹਿਤ ਭਇਓ ਬਚ ਲਾਲੋ। ਸੁਣ ਕਰਕੇ ਤੇ ਭਾਈ ਲਾਲੋ ਜੀ ਬਚਨ ਕਹਿਣ ਲੱਗਿਆ। ਕੌਣ ਵਰਨ ਤਬ ਨਾਮ। ਐ ਵੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦੱਸਣ ਵਾਲੇ ਤੇਰਾ ਵਰਨ ਕਿਹੜਾ ਤੇਰੀ ਯਾਦ ਕਿਹੜੀ ਹੈ ਤੇਰਾ ਆਪਣਾ ਨਾਮ ਕੀ ਹੈ। ਸਰਬ ਬਿਰਤਾਂਤ ਜਨਾਬ ਆਪਣਾ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦੱਸਣ ਵਾਲੇ ਤੂੰ ਆਪਣਾ ਜਿਹੜਾ ਬਿਰਤਾਂਤ ਉਹ ਜਣਾ ਵੀ ਤੇਰੀ ਯਾਦ ਕਿਹੜੀ ਹੈ।
ਤੇਰਾ ਵਰਨ ਕਿਹੜਾ, ਤੇਰਾ ਆਪਣਾ ਨਾਮ ਕੀ ਹੋਈ ਦੱਸ। ਇਹ ਅਸਥਾਨੰ ਤਾਮ ਇਹ ਕਿਸ ਸਥਾਨ ਤੋਂ ਤੂੰ ਆਇਆ, ਕਿੱਥੇ ਰਹਿਣਾ, ਤੇਰਾ ਘਰ ਕਿਹੜੇ ਥਾਂ ਵਿੱਚ ਹੈ। ਮਰਦਾਨਾ ਲਖ ਨਾਮ ਹਮਾਰਾ। ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ ਹੈ ਕਿ ਭਾਈ ਲਾਲੋ ਜੀ ਮੇਰਾ ਨਾਮ ਤੂੰ ਮਰਦਾਨਾ ਜਾਣ ਲੈ। ਵਿਚਰਤ ਇਹਨਾਂ ਕੇ ਸਾਥ। ਮੈਂ ਇਹਨਾਂ ਗੁਰੂ ਨਾਨਕ ਸਾਹਿਬ ਤਪਾ ਜੀ ਦੇ ਸਾਥ ਹੀ ਵਿਚਰਦਾ ਹਾਂ, ਨਾਲ ਨਾਲ ਹੀ ਰਹਿੰਦਾ ਹਾਂ। ਬੇਦੀ ਕੁਲ ਕੋ ਚੀਨ ਮੇਰਾਸੀ। ਜੋ ਗੁਰੂ ਨਾਨਕ ਸਾਹਿਬ ਜੀ ਦੀ ਬੇਦੀਆਂ ਦੀ ਕੁਲ ਹੈ, ਉਸ ਬੇਦੀਆਂ ਦੀ ਕੁਲ ਦਾ ਮੈਨੂੰ ਡੂਮ ਮਿਰਾਸੀ ਜਾਣ ਲੈ। ਨਾਨਕ ਜੀ ਮਮਨਾਥ। ਤੇ ਜਿਨ੍ਹਾਂ ਨਾਲ ਮੈਂ ਆਇਆ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਹੈ, ਇਹ ਮੇਰੇ ਮਾਲਕ ਹਨ। ਦੁਵਈਆ ਛੰਦ ਬੰਦ ਉਬੈ ਕਰ ਬੰਦਨ ਕੀਨੀ। ਜਦੋਂ ਹੀ ਸੁਣਿਆ ਉਸੇ ਵੇਲੇ ਦੋਵੇਂ ਹੱਥ ਜੋੜ ਕਰਕੇ ਭਾਈ ਲਾਲੋ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ ਗੁਰੂ ਸਾਹਿਬ ਜੀ ਨੂੰ। ਸੁਣ ਕਰ ਲਾਲੋ ਤਬ ਹੀ। ਸੁਣ ਕਰਕੇ ਭਾਈ ਲਾਲੋ ਨੇ ਤਦੋਂ ਹੀ ਵੀ ਭਾਈ ਮਰਦਾਨਾ ਜੀ ਨੇ ਦੱਸਿਆ ਹੈ, ਉਸੇ ਵੇਲੇ ਹੱਥ ਜੋੜ ਲਏ ਤੇ ਮੱਥਾ ਟੇਕਿਆ ਹੈ। ਸੀਸ ਧਰਿਓ ਪਦ ਪੰਕਜ ਉਪਰ। ਆਪਣਾ ਜਿਹੜਾ ਸੀਸ ਹੈ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਰੱਖ ਦਿੱਤਾ ਹੈ। ਪ੍ਰਾਪਤ ਨਿਸ਼ਚਾ ਜਬ ਹੀ। ਜਦੋਂ ਇਹ ਯਕੀਨ ਭਰੋਸਾ ਪ੍ਰਾਪਤ ਹੋ ਗਿਆ ਵੀ ਸੱਚਮੁੱਚ ਹੀ ਤੇ ਗੁਰੂ ਨਾਨਕ ਸਾਹਿਬ ਹੀ ਜਿਨ੍ਹਾਂ ਨੂੰ ਮੈਂ ਸੋਚਦਾ ਹੈ, ਜਿਹੜੇ ਜਿਨ੍ਹਾਂ ਦੀ ਮੈਂ ਭਗਤੀ ਕਰਦਾ ਹਾਂ, ਮੈਨੂੰ ਪ੍ਰਤੀਤ ਹੋ ਰਹੇ ਤੇ ਉਹੀ ਹੈ, ਉਸੇ ਵੇਲੇ ਆ ਮੱਥਾ ਟੇਕਿਆ ਹੈ ਚਰਨਾਂ ਕਮਲਾਂ ਉੱਪਰ। ਸਾਦਰ ਸੋ ਤਬ ਮੰਚ ਡਸਾਵਾ। ਬੜਾ ਸਤਿਕਾਰ ਕੀਤਾ, ਆਦਰ ਸਨਮਾਨ ਨਾਲ ਸੋਹਣਾ ਜਿਹੜਾ ਪਲੰਗ ਡਾਇਆ ਹੈ। ਬੈਸ ਗਏ ਤਿਹ ਕਾਲਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬੇਨਤੀ ਮੰਨ ਕੇ ਤੇ ਬੈਠ ਗਏ ਉਸ ਸਮੇਂ। ਸੁਖ ਸਾਗਰ ਪੂਰਨ ਜਗਦੀਸ਼ਾ। ਜੋ ਸੁੱਖਾਂ ਦੇ ਸਮੁੰਦਰ ਹੈ, ਪੂਰਨ ਗੁਰੂ ਸਾਹਿਬ ਜੀ ਜਗਤ ਦੇ ਮਾਲਕ ਹੈ। ਦਾਸ ਹੈ ਕਰਨ ਨਿਹਾਲਾ। ਆਪਣੇ ਦਾਸ ਭਾਈ ਲਾਲੋ ਜੀ ਨੂੰ ਨਿਹਾਲ ਕਰਨ ਵਾਸਤੇ ਬੈਠ ਗਏ ਹਨ। ਆਏ ਸਪਾਏ ਅਸਨ ਕਰ ਬੇਹਿਤ। ਇੱਧਰ ਭਾਈ ਲਾਲੋ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਤੇ ਭੋਜਨ ਜਿਹੜਾ ਤਿਆਰ ਕਰਵਾਉਣ ਲਈ ਗਮਨਿਓ ਲਾਲੋ ਤਬ ਹੀ। ਭਾਈ ਲਾਲੋ ਜੀ ਉਸੇ ਵੇਲੇ ਘਰ ਨੂੰ ਚਲਾ ਗਿਆ, ਆਪਣੀ ਘਰ ਵਾਲੀ ਦੇ ਪਾਸ ਕਿ ਸਤਿਗੁਰ ਜੀ ਦੇ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰਾਂ। ਬੂਝਤ ਭਾ ਮਰਦਾਨਾ ਬਹਰੋ। ਜਦੋਂ ਭਾਈ ਲਾਲੋ ਜੀ ਦੇ ਆਪਣੇ ਘਰ ਚਲੇ ਗਏ ਹੈ, ਇੱਧਰ ਜਿਹੜੇ ਹੈ ਭਾਈ ਮਰਦਾਨਾ ਜੀ ਮੁੜ ਪੁੱਛਣਾ ਕੀਤਾ ਗੁਰੂ ਸਾਹਿਬ ਜੀ ਨੂੰ। ਹਮ ਸੋ ਕਹੀਏ ਸਭ ਹੀ। ਸਤਿਗੁਰ ਜੀ ਆ ਮੇਰੇ ਨਾਲ ਸਾਰੀ ਗੱਲਬਾਤ ਕਹੀਏ। ਕੌਣ ਇਹ ਮਾਨਵ ਸੁਆਮੀ। ਐ ਸੁਆਮੀ ਮਾਲਕ ਗੁਰੂ ਨਾਨਕ ਸਾਹਿਬ ਜੀ, ਇਹ ਜਿਹੜਾ ਬੜਾ ਪੁਰਸ਼ ਸੀ, ਬੜਾ ਸਾਧੂ, ਇਹ ਕੌਣ ਹੈ। ਜਿਹ ਪਰ ਕਰੁਣਾ ਕੀਨੀ। ਜਿਸ ਉੱਪਰ ਆਪ ਜੀ ਨੇ ਕਿਰਪਾ ਕੀਤੀ ਹੈ, ਕਿੰਨਾ ਲੰਮਾ ਸਫ਼ਰ ਹੀ ਤੈਅ ਕਰਕੇ ਪਹੁੰਚੇ ਹੋ ਜੀ। ਭਾਗ ਵੱਡੇ ਇਹ ਦੀਸਤ ਮੋਹ ਕਹੋ। ਮੈਨੂੰ ਤੇ ਇਸ ਭਾਈ ਲਾਲੋ ਦੇ ਜਿਹੜੇ ਹੈ ਮੱਥੇ ਦੇ ਭਾਗ ਹੈ ਬੜੇ ਵੱਡੇ ਦਿਸ ਰਹੇ ਹਨ। ਬੁੱਧ ਭਗਤ ਮਹਿ ਭੀਨੀ। ਬੁੱਧੀ ਜਿਹੜੀ ਇਸ ਭਾਈ ਲਾਲੋ ਦੀ ਭਗਤੀ ਵਿੱਚ ਲੀਣੀ ਹੈ, ਭਿੱਜੀ ਹੋਈ ਹੈ। ਸੁਨ ਕਰ ਬਚਨ ਉਚਾਰੇ ਸ੍ਰੀ ਮੁਖ। ਸੋਭਾ ਵਾਲੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਉਚਾਰੇ ਭਾਈ ਮਰਦਾਨੇ ਦੇ ਸੁਣ ਕੇ ਬਚਨ। ਜੀਨਹੁ ਸੰਤ ਸਰੂਪਾ। ਕਿਹਾ ਹੈ ਭਾਈ ਮਰਦਾਨਾ ਜੀ, ਇਹ ਜੋ ਹੁਣੇ ਗਏ ਨਾ ਭਾਈ ਲਾਲੋ ਜੀ ਆਪਣੇ ਘਰ ਨੂੰ, ਇਹਨਾਂ ਨੂੰ ਤੂੰ ਸੰਤ ਸਰੂਪ ਹੀ ਜਾਣ ਲੈ, ਸਾਧੂ ਹੀ ਜਾਣ ਲੈ ਪੂਰਨ। ਭਗਤ ਕਰਤ ਬੀਤੇ ਕੁਛ ਜਨਮਾ। ਇਸ ਦੇ ਕੁਝ ਜਨਮ ਜਿਹੜੇ ਬੀਤ ਗਏ ਭਗਤੀ ਕਰਦਿਆਂ ਹੀ। ਆਪ ਭੀ ਸਫਲ ਅਨੂਪਾ। ਉਹ ਜਿਹੜੀ ਪਿਛਲੇ ਜਨਮਾਂ ਵਿੱਚ ਕਿੰਨੇ ਜਨਮ ਭਗਤੀ ਕੀਤੀ ਹੈ ਨਾ, ਉਹ ਅੱਜ ਇਹਦੀ ਸਫਲ ਹੋ ਗਈ ਹੈ, ਸੋਹਣੀ ਭਗਤੀ। ਨੌ ਵਿਦ ਭਗਤ ਇਹ ਮਰਦਾਨਾ। ਹੋਰ ਵੀ ਦੱਸ ਦਈਏ ਕਿ
ਭਾਈ ਮਰਦਾਨਾ ਜੀ, ਭਗਤ ਜਿਹੜੀ ਹੈ ਨਾ ਉਹ 9 ਪ੍ਰਕਾਰ ਦੀ ਹੈ, 9 ਤਰ੍ਹਾਂ ਦੀ ਭਗਤੀ ਹੈ। ਭਗਤ 9 ਪ੍ਰਕਾਰਾ। ਜਾ ਮਹਿ ਏਕੋ ਹੋਈ। ਜਿਸ ਮਨੁੱਖ ਵਿੱਚ ਇੱਕ ਵੀ ਭਗਤੀ ਹੋਵੇ ਨਾ ਕਿ ਉਹ 9 ਭਗਤੀਆਂ ਵਿੱਚੋਂ ਇੱਕ ਹੀ ਭਗਤੀ ਕਰਦਾ ਹੋਵੇ, ਭਵ ਸਾਗਰ ਤਰ ਗਤ ਕੋ ਪਾਵੈ। ਉਹ ਸੰਸਾਰ ਸਮੁੰਦਰ ਤੋਂ ਬੜਾ ਸੌਖਾ ਤਰ ਜਾਂਦਾ ਤੇ ਅੰਤ ਨੂੰ ਉਹ ਪਰਮ ਗਤੀ ਕੇਵਲ ਮੁਕਤੀ ਪਾਉਂਦਾ ਹੈ। ਨਹਿ ਲਖ ਸੰਸਾ ਕੋਈ। ਇਸ ਵਿੱਚ ਤੇ ਤੂੰ ਭਾਈ ਮਰਦਾਨੇ ਕੋਈ ਸੰਸਾ ਨਾ ਜਾਣ ਵੀ ਜਿਹੜਾ 9 ਭਗਤੀਆਂ 'ਚ ਇੱਕ ਭਗਤੀ ਵੀ ਕਰ ਲਵੇ ਤੇ ਉਹ ਮੁਕਤ ਨਾ ਹੋਵੇ, ਉਹ ਤੇ ਮੁਕਤ ਹੁੰਦਾ ਹੀ ਹੁੰਦਾ ਹੈ। ਮਰਦਾਨਾ ਬੂਝਤ ਪਾਤਬ ਹੀ। ਉਸ ਤਦੋਂ ਸੁਣਦਿਆਂ ਸਾਰੀ ਭਾਈ ਮਰਦਾਨਾ ਜੀ ਪੁੱਛਣ ਲੱਗੇ ਹੈ, ਸਭ ਵਿਦ ਭਗਤ ਕਹੀਜੈ। ਮਹਾਰਾਜ ਜੀ ਜੋ ਆਪ ਜੀ ਨੇ ਹੁਣੇ ਹੁਣੇ ਆ 9 ਪ੍ਰਕਾਰ ਦੀ ਭਗਤੀ ਬਾਰੇ ਕਿਹਾ ਹੈ, ਉਹ ਸਭ ਤਰ੍ਹਾਂ ਨਾਲ ਹੀ ਮੈਨੂੰ ਸਮਝਾ ਕੇ 9 ਪ੍ਰਕਾਰ ਦੀ ਭਗਤੀ ਕਹੀਏ। ਕਿੰਨੇ ਪ੍ਰਕਾਰ ਦੀ ਭਗਤੀ, ਕਿਸ ਤਰ੍ਹਾਂ ਦੀ ਤੇ ਕਿਵੇਂ ਕਰੀ ਦੀ, ਉਹ ਦਸੀਏ ਜੀ। ਜਿਹ ਕੇ ਕਰਤ ਪਰਮ ਗਤ ਪਾਵੈ। ਕਿ ਜਿਸ ਇੱਕ ਭਗਤੀ ਨੂੰ ਵੀ ਕੀਤਿਆਂ ਤੇ ਪਰਮ ਗਤੀ ਕੇਵਲ ਮੁਕਤੀ ਪਾ ਲਈਦੀ ਹੈ। ਭਵ ਜਲ ਪਲੇ ਤਰੀਜੈ। ਇਹ ਜੋ ਭੈ ਦੇ ਜਲ ਨਾਲ ਭਰਿਆ ਇਹ ਸੰਸਾਰ ਹੈ, ਸਮੁੰਦਰ ਹੈ, ਇਸ ਤੋਂ ਵੀ ਚੰਗੀ ਤਰ੍ਹਾਂ ਤਰ ਜਾਈਦਾ ਹੈ। ਮਹਾਰਾਜ ਉਹਨਾਂ ਭਗਤੀਆਂ ਬਾਰੇ ਦਸੀਏ। ਸ੍ਰੀ ਮੁਖ ਭਨਤ ਪਏ ਤਿਹ ਕਾਲਾ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਕਹਿਣ ਲੱਗੇ ਹੈ, ਸੁਣੀਏ ਭਗਤ ਪ੍ਰਕਾਰਾ। ਇਹ ਭਾਈ ਮਰਦਾਨਾ ਜੀ ਜੋ ਭਗਤ 9 ਪ੍ਰਕਾਰ ਦੀ ਹੈ ਭਗਤੀ, ਉਹਦੇ ਬਾਰੇ ਸੁਣੀਏ। ਪ੍ਰਿਥਕ ਪ੍ਰਿਥਕ ਹੋ ਭਾਖੋ ਸਭ ਹੀ। ਮੈਂ ਵੱਖੋ ਵੱਖਰੀ ਉਹ 9 ਪ੍ਰਕਾਰ ਦੀ ਭਗਤੀ ਬਾਰੇ ਜਿਹੜਾ ਉਹ ਕਹਾਂਗਾ। ਜੀ ਹੈ ਭਗਤ ਅਚਾਰਾ। ਵੀ ਜਿਹੜੀ ਇਹ ਭਗਤੀ ਹੈ ਨਾ 9 ਪ੍ਰਕਾਰ ਦੀ, ਇਹਦਾ ਕੀ ਆਚਾਰ ਹੈ, ਕੀ ਦਾ ਕਰਤੱਵ, ਕੀ ਕਰਮ ਹੈ, ਕਿਹੜੀ ਭਗਤੀ ਕਿਵੇਂ ਦੀ ਹੁੰਦੀ ਹੈ, ਉਸ ਨੂੰ ਕੀਤਿਆਂ ਉਹਦਾ ਕੀ ਫਲ ਹੈ, ਕਿਵੇਂ ਰਹਿਣਾ ਚਾਹੀਦਾ, ਉਹ ਸਾਰੀ ਮੈਂ ਕਥਨ ਕਰਦਾ ਹਾਂ। ਭਾਈ ਮਰਦਾਨਾ ਤੂੰ ਸੁਣ। ਸਤ ਸੰਗਤ ਸਸਰੁਖਾ ਕਰਨੀ। ਕੋ ਕੀ ਕਿਹਾ ਹੈ ਗੁਰੂ ਸਾਹਿਬ ਜੀ ਨੇ ਕਿ ਇਹ ਭਾਈ ਮਰਦਾਨਾ ਜੀ ਜਿਹੜੀ 9 ਪ੍ਰਕਾਰ ਦੀ ਭਗਤੀ ਹੈ ਉਹਦੇ ਵਿੱਚੋਂ ਸਭ ਤੋਂ ਪਹਿਲੀ ਭਗਤੀ ਇਹ ਹੈ, ਜਿੱਥੇ ਧਰਮ ਦਾ ਸਥਾਨ ਹੋਵੇ, ਜਿਵੇਂ ਆਪਣਾ ਗੁਰੂ ਘਰ ਸਾਹਿਬ ਆ, ਜਿੱਥੇ ਧਰਮ ਦਾ ਅਸਥਾਨ ਹੋਵੇ ਉੱਥੇ ਗੁਰੂ ਕੀ ਸਤ ਸੰਗਤ ਵਿੱਚ ਜਾ ਕੇ ਤੇ ਭਲੇ ਨਿਮਾਣੇ ਹੋ ਕੇ ਸੇਵਾ ਕਰਨੀ। ਮਿਲ ਤਿਹ ਕਾਲ ਬਿਤਾਵੈ। ਮਿਲ ਜੁਲ ਕੇ ਸੰਗਤ ਨਾਲ ਆਪਣਾ ਸਮਾਂ ਬਿਤਾਉਣਾ ਸੰਗਤ ਵਿੱਚ, ਤੇ ਸੰਗਤ ਵਿੱਚ ਜਾ ਕੇ ਸੰਗਤ ਦੀ ਹਰ ਪ੍ਰਕਾਰ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ। ਇਹ ਪਹਿਲੇ ਪ੍ਰਕਾਰ ਦੀ, ਇਹ ਪਹਿਲੀ ਭਗਤੀ ਹੈ। ਹਰ ਗੁਰ ਕੋ ਇਤਿਹਾਸ ਸੁਨੀਜੈ। ਫਿਰ ਦੂਸਰੀ ਭਗਤੀ ਇਹ ਹੈ ਕਿ ਜੋ ਗੁਰੂ ਹੈ ਤੇ ਪਰਮੇਸ਼ਰ ਹੈ, ਉਸ ਗੁਰੂ ਪਰਮੇਸ਼ਰ ਦੀ ਕਥਾ ਜਿਹੜੀ ਹੈ ਸੁਣੀਏ। ਇਤਿਹਾਸ, ਉਸ ਪਰਮੇਸ਼ਰ ਦੇ ਸੰਬੰਧ ਵਿੱਚ ਕਥਾ ਸੁਣੀਏ ਤੇ ਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦਾ ਜਿਹੜਾ ਇਤਿਹਾਸ ਹੈ ਉਸ ਦੀ ਕਥਾ ਸੁਣੀਏ ਸੰਗਤ ਵਿੱਚ ਜਾ ਕੇ। ਮਨ ਇਕਾਗਰ ਲਾਵੈ। ਤੇ ਮਨ ਨੂੰ ਸੰਗਤ ਵਿੱਚ ਜਾ ਕੇ ਇਕਾਗਰ ਕਰਕੇ ਬਿਰਤੀ ਲਾਉਣੀ ਹੈ, ਮਨ ਨੂੰ ਚੰਚਲ ਨਹੀਂ ਰੱਖਣਾ ਹੈ। ਗੁਰੂ ਸਥਾਨ ਤੇ ਜਾ ਕੇ ਗੁਰੂ ਸਾਹਿਬ ਜੀ ਦੀ ਤੇ ਪਰਮੇਸ਼ਰ ਦੇ ਸੰਬੰਧ ਵਿੱਚ ਕਥਾ ਸੁਣੀਏ। ਦੂਸਰੀ ਭਗਤੀ ਹੈ। ਪਦ ਅਰਬਿੰਦ ਮਲਿੰਦ ਕਰੈ ਮਨ। ਤੇ ਤੀਸਰੀ ਭਗਤੀ ਇਹ ਹੈ ਕਿ ਜਿਹੜਾ ਆਪਣਾ ਮਨ ਹੈ ਇਹਨੂੰ ਗੁਰੂ ਦੇ ਚਰਨ ਕਮਲਾਂ ਦਾ ਭੌਰਾ ਹੀ ਕਰ ਦਈਏ। ਗੁਰ ਮੂਰਤ ਉਰ ਧਿਆਨਾ। ਤੇ ਗੁਰੂ ਜੀ ਦੇ ਜਿਹੜੇ ਸਰੂਪ ਦੀ ਮੂਰਤ ਹੈ ਨਾ ਉਹਨੂੰ ਹਿਰਦੇ 'ਚ ਧਿਆਉਣਾ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ। ਇਸ ਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਧਿਆਉਣਾ ਕਰੀਏ। ਤੀਸਰੀ ਭਗਤੀ ਹੈ ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋ। ਚੌਥੀ ਭਗਤੀ ਇਹ ਹੈ ਕਿ ਪ੍ਰੇਮ ਦੇ ਸਹਿਤ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੈ ਉਹ ਮੁਖੋਂ ਗਾਈਏ। ਫੁੱਲ ਕਾਵਲ ਤਨ ਆਨਾ। ਉਸ ਵਾਹਿਗੁਰੂ ਦੇ ਮੁਖੋਂ ਗੁਣ ਗਾਉਂਦਿਆਂ ਗਾਉਂਦਿਆਂ ਐਸੀ ਅਵਸਥਾ ਹੋ ਜਾਵੇ ਵੀ ਸਰੀਰ ਦੇ ਉੱਪਰ ਪੁਲਕਾਵਲੀ ਆ ਜਾਵੇ ਔਰ ਲੂੰ ਲੂੰ ਖੜਾ ਹੋ ਜਾਵੇ। ਦਮ ਸਮ ਪਾ ਬਿਰਕਤ ਕਰਮਨ
ਤੇ। ਇਹ 4 ਪ੍ਰਕਾਰ ਦੀ ਭਗਤੀ ਹੋ ਗਈ। ਤੇ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਆ ਪੰਜਵੀਂ ਭਗਤੀ ਇਹ ਹੈ ਕਿ ਜਿਹੜਾ ਦਮ ਹੈ, ਦਮ ਭਾਵ ਜਿਹੜਾ ਇੰਦਰੀਆ ਇਹਨਾਂ ਨੂੰ ਰੋਕ ਕੇ ਰੱਖਣਾ ਸੰਗਤ ਵਿੱਚ ਜਾ ਕੇ। ਅੱਖਾਂ ਨਾਲ ਮਾੜਾ ਦੇਖਣਾ ਨਹੀਂ, ਕੰਨਾਂ ਨਾਲ ਮਾੜਾ ਸੁਣਨਾ ਨਹੀਂ, ਸੰਗਤ ਦੇ ਵਿੱਚ ਬੈਠ ਕੇ ਜਿਹੜੀਆਂ ਚੁੰਡੀਆਂ ਆਦਿਕ ਹੈ, ਕੋਈ ਹਾਸਾ ਮਜ਼ਾਕ ਕਰਨਾ ਇਹ ਨਹੀਂ ਕਰਨਾ ਹੈ। ਇਹ ਇੰਦਰੀਆਂ ਨੂੰ ਰੋਕ ਕੇ ਰੱਖਣਾ ਹੈ। ਸਮ ਜਿਹੜਾ ਮਨ ਹੈ ਇਹਨੂੰ ਕੰਟਰੋਲ ਰੱਖਣਾ, ਮਨ ਨੂੰ ਇਹਦੇ ਵਿੱਚ ਬਹੁਤੇ ਖਿਆਲ ਨਹੀਂ ਆਉਣੇ, ਘਰ ਦੇ ਫੁਰਨੇ ਨਹੀਂ ਲਈ ਆਉਣੇ ਆ। ਜਿਵੇਂ ਸੰਗਤ ਦੇ ਵਿੱਚ ਬੈਠਿਆਂ ਵੀ ਫਲਾਣਾ ਘਰ ਕੰਮ ਰਹਿ ਗਿਆ ਹੈ, ਫਲਾਣਾ ਕੰਮ ਨਾ ਵਿਗੜ ਜਾਵੇ, ਇਹੋ ਜਿਹਾ ਨਹੀਂ ਕੁਝ ਕਰਨਾ ਹੈ। ਇੰਦਰੇ ਵੀ ਰੋਕ ਕੇ ਰੱਖਣੇ ਹੈ, ਮਨ ਨੂੰ ਵੀ ਰੋਕ ਕੇ ਰੱਖਣਾ ਹੈ। ਤੇ ਜਿਹੜਾ ਸਕਾਮ ਕਰਮ ਹੈ, ਜਿਹੜੇ ਕਾਮਨਾ ਦੇ ਸਹਿਤ ਕੋਈ ਕਰਮ ਕਰਨੇ ਗੁਰੂ ਘਰ ਆ ਕੇ, ਇਹਨਾਂ ਤੋਂ ਬਰਗਤ ਤਿਆਗੀ ਰਹਿਣਾ ਹੈ। ਸਰਗਾਦਿਕ ਤਾਜ ਚਾਹਾ। ਤੇ ਜਿਹੜੀ ਆ ਕੇ ਮੈਂ ਵੀ ਗੁਰੂ ਦੀ ਸੇਵਾ ਕਰਦਾ, ਮੈਂ ਸੰਗਤ ਕਰਦਾ, ਮੈਨੂੰ ਕੁਝ ਨਾ ਕੁਝ ਮਿਲੂਗਾ, ਜਾਂ ਮੈਂ ਸਵਰਗਪੁਰੀ 'ਚ ਜਾਊਂਗਾ, ਵਿਸ਼ਨੂਪੁਰੀ ਜਾਊਂਗਾ, ਸ਼ਿਵਪੁਰੀ ਜਾਊਂਗਾ, ਬ੍ਰਹਮਪੁਰੀ ਜਾਵਾਂ, ਇਹਦੀ ਜਿਹੜੀ ਇੱਛਾ ਇਹਨੂੰ ਛੱਡ ਦੇਣਾ ਹੈ। ਇਹ 5 ਪ੍ਰਕਾਰ ਦੀ ਭਗਤੀ ਹੈ ਕਿ ਮਨ ਨੂੰ ਵੀ ਕੰਟਰੋਲ ਰੱਖਣਾ ਗੁਰੂ ਕੀ ਸੰਗਤ ਜਾ ਕੇ, ਅੱਖਾਂ ਕੰਨਾਂ ਨੂੰ, ਜ਼ੁਬਾਨ ਨੂੰ, ਹੱਥਾਂ ਪੈਰਾਂ ਨੂੰ ਵੀ ਰੱਖਣਾ ਹੈ ਰੋਕ ਕੇ, ਇਹਨਾਂ ਨਾਲ ਕੋਈ ਚੰਚਲਤਾ ਹੀ ਨਹੀਂ ਕਰਨੀ ਹੈ। ਤੇ ਜਿਹੜੇ ਕਰਮ ਕਰਨੇ ਆ ਉਹ ਨਿਸ਼ਕਾਮ ਤੇ ਕਰਨੇ ਆ, ਸ਼ਕਾਮ ਕਰਮਾਂ ਤੋਂ ਤਿਆਗੀ ਰਹਿਣਾ ਹੈ। ਤੇ ਜਿਹੜਾ ਵੀ ਸਵਰਗ 'ਚ ਜਾਵਾਂਗਾ, ਮੈਂ ਸੰਗਤ ਕਰਦਾ ਹਾਂ, ਕਿਤੇ ਨਾ ਕਿਤੇ ਮੈਨੂੰ ਢੋਈ ਮਿਲੂਗੀ, ਇਹ ਜਿਹੜੀ ਇੱਛਾ ਛੱਡ ਦੇਣੀ ਹੈ, ਇਹ ਚਾਹਨਾ ਛੱਡ ਦੇਣੀ ਹੈ। ਇਹ 5 ਪ੍ਰਕਾਰ ਦੀ ਭਗਤੀ ਹੈ, 5ਵੀਂ ਭਗਤੀ ਹੈ। ਪਰ ਕੇ ਦੁਖ ਨਾ ਚੀਨਤ ਮਨ ਮੈਂ। 6ਵੀਂ ਭਗਤੀ ਇਹ ਹੈ ਕਿ ਜਿਹੜਾ ਪਰਾਏ ਦੇ ਵਿੱਚ ਕੋਈ ਦੋਸ਼ ਹੈ, ਔਗਣ ਹੈ, ਉਹਨਾਂ ਨੂੰ ਆਪਣੇ ਮਨ ਵਿੱਚ ਨਾ ਜਾਣਨਾ ਕਿ ਆਹ ਕਰਦਾ ਜੀ, ਇਹਦੇ ਆਹ ਕਰਦਾ, ਇਹੋ ਜਿਹੇ ਕੰਮ ਨਹੀਂ ਕਰਨੇ ਹੈ। ਹਾਨ ਲਾਭ ਸਮਤਾਹਾ। ਵੀ ਮਨ ਦੇ ਵਿੱਚ ਦੂਸਰੇ ਦੇ ਔਗੁਣ ਨਹੀਂ ਵੇਖਣੇ, ਤੇ ਆਹ ਕਰਦਾ, ਇਹ ਤੇ ਆਹ ਕਰਦਾ ਹੈ, ਉਹ ਵੇਖ ਕੇ ਵੀ ਅਣਡਿੱਠੇ ਜੇ ਕਰ ਛੱਡਣੇ ਹੈ। ਇਹ ਵੀ ਭਗਤੀ ਹੈ ਇੱਕ। ਫਿਰ ਜਿਹੜਾ ਹਾਨ ਲਾਭ ਹੈ ਕਿ ਕੀ ਮੈਨੂੰ ਨੁਕਸਾਨ ਹੋ ਗਿਆ, ਕੀ ਮੈਨੂੰ ਲਾਭ ਹੋ ਗਿਆ, ਇਹਦੇ ਵਿੱਚ ਜਿਹੜਾ ਹੈ ਉਹ ਬਰਾਬਰ ਹੀ ਰਹਿਣਾ ਹਰ ਵਕਤ। ਹਾਨੀ ਹੋਏ ਤੇ ਰੋਣਾ ਨਹੀਂ ਹੈ, ਖਪਣਾ ਨਹੀਂ ਹੈ, ਲਾਭ ਹੋਏ ਤੇ ਹੱਸਣਾ ਨਹੀਂ ਹੈ, ਖੁਸ਼ ਨਹੀਂ ਹੋਣਾ ਹੈ, ਇੱਕ ਸਮਾਨ ਹੀ ਰਹਿਣਾ। ਇਹ 6ਵੀਂ ਭਗਤੀ ਹੈ। ਛਲ ਬਹੀਨਾ ਸਭ ਹੀ ਤੇ ਹੋਵਨਾ। ਫਿਰ ਸਾਰਿਆਂ ਤੋਂ ਗੁਰੂ ਕੀ ਸੰਗਤ ਦੇ ਵਿੱਚ ਜਾ ਕੇ ਛਲ ਤੋਂ ਬਿਨਾਂ ਰਹਿਣਾ, ਫਰੇਬ ਨਹੀਂ ਕਰਨਾ। ਗੁਰੂ ਕੀ ਸੰਗਤ ਦੇ ਵਿੱਚ ਆ ਕੇ ਰਾਜਨੀਤੀ ਨਹੀਂ ਕਰਨੀ ਹੈ, ਰਾਜਨੀਤੀਆਂ ਵਾਲੀਆਂ ਗੱਲਾਂ ਕਰਕੇ ਕਿਸੇ ਨਾਲ ਪਾੜ ਨਹੀਂ ਪਾਉਣੇ ਹੈ। ਸਭ ਦੇ ਸੰਗਤ ਦੇ ਵਿੱਚ ਰਹਿਣਾ ਹੈ ਤੇ ਛਲ ਫਰੇਬ ਤੋਂ ਬਿਨਾਂ ਰਹਿਣਾ ਹੈ। ਕੋਈ ਫਰੇਬ ਨਹੀਂ ਕਰਨਾ, ਰਾਜਨੀਤੀ ਨਹੀਂ ਕਰਨੀ ਹੈ। ਹਰਖ ਸ਼ੋਕ ਨਹ ਆਵੇ। ਮਨ ਵਿੱਚ ਖੁਸ਼ੀ ਗਮੀ ਨਾ ਆਵੇ ਕਿ ਕਿਸੇ ਨੇ ਆ ਵਡਿਆਈ ਕਰ ਦਿੱਤੀ ਤੇ ਉਹ ਖੁਸ਼ ਹੋ ਜਾਣਾ, ਕਿਸੇ ਨੇ ਅਪਮਾਨ ਕਰ ਦਿੱਤਾ ਤੇ ਗਮ ਹੋ ਜਾਣਾ, ਇਹ ਨਾ ਮਨ ਚਾਵੇ। 7ਵੀਂ ਭਗਤੀ ਹੈ। ਦ੍ਰਿੜ ਨਿਸ਼ਚਾ ਕਰਤਾਰ ਵਿਖੈ। 8ਵੀਂ ਭਗਤੀ ਇਹ ਹੈ ਕਿ ਜੋ ਕਰਤਾਰ ਪਰਮੇਸ਼ਰ ਹੈ ਉਹਦੇ ਵਿੱਚ ਜਿਹੜਾ ਭਰੋਸਾ ਯਕੀਨ ਉਹ ਮਨ ਵਿੱਚ ਪੱਕਾ ਹੀ ਹੋਵੇ। ਹੱਥ ਡੋਲ ਨਾ ਕਬਹੂ ਜਾਵੇ। ਵਿਖੇ ਆਤੇ ਤੇ ਵਿਸ਼ਰਾਮ ਹੈ। ਡੋਲ ਨਾ ਕਬਹੂ ਜਾਵੇ, ਕਦੀ ਵੀ ਕਦੇ ਡੋਲ ਨਾ ਜਾਵੇ, ਮਨ ਕਦੀ ਡੋਲ ਨਾ ਜਾਵੇ। ਤੇ ਜਿਹੜਾ ਪਰਮੇਸ਼ਰ ਵਿੱਚ ਹਮੇਸ਼ਾ ਹੀ ਇੱਕ ਰਾਸੀ ਯਕੀਨ ਭਰੋਸਾ ਪੱਕਾ ਹੀ ਬਣਿਆ ਰਵੇ, ਇਹ 8ਵੀਂ ਭਗਤੀ ਹੈ। ਹਰ ਸਰੂਪ ਸਭ ਹੂੰ ਕੋ ਜਾਣੈ। ਫਿਰ ਜੋ ਸਾਰਿਆਂ ਨੂੰ ਕਿ ਇਹ ਪਰਮੇਸ਼ਰ ਦਾ ਰੂਪ ਹੀ ਹੈ, ਇਸ ਤਰ੍ਹਾਂ ਜਾਣੇ। ਰਵਿਉ ਸਭ ਕੇ ਮਾਹੀ। ਇਸ ਤਰ੍ਹਾਂ ਜਾਣੇ ਕਿ ਇਹ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਰਵਿਆ ਹੋਇਆ, ਇਹ ਉਸ ਦਾ ਹੀ ਰੂਪ ਹੈ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਰੱਖੀ, ਜਾਂ ਇਹ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਜਿਹੜਾ ਸੰਸਾਰ ਵੇਖਦਾ ਇਹ ਮਨੋਕੇ ਪਰਮੇਸ਼ਰ ਦਾ ਹੀ ਸਰੂਪ ਹੈ। ਐਵੇਂ ਜਾਣਨਾ ਕਿ ਨਾਨਕ ਏਕੋ ਰਵ ਰਹਾ ਦੂਸਰ ਹੋਆ ਨਾ ਹੋਗ। ਸਾਰੇ ਪਾਸਿਓਂ ਮਾਲਕ ਹੀ ਰਵ ਰਿਹਾ ਹੈ, ਉਸ ਤੋਂ ਬਿਨਾਂ ਹੋਰ ਨਾ ਜਾਣਨਾ।
ਇਹ ਨੌਵੀਂ ਭਗਤੀ ਹੈ। ਇਹ ਬਿਦ ਹੈ ਸੂਸ਼ਮ ਕਰ ਵਰਨੀ। ਇਸ ਤਰ੍ਹਾਂ ਭਾਈ ਮਰਦਾਨਾ ਜੀ ਸੰਖੇਪ ਦੇ ਵਿੱਚ ਸੂਖਸ਼ਮ ਤੌਰ ਤੇ ਕਥਨ ਕਰਕੇ ਦੱਸੀ ਹੈ 9 ਪ੍ਰਕਾਰ ਦੀ ਭਗਤੀ। ਏਕ ਪ੍ਰਾਪਤ ਜਾਹੀ। ਇੱਕ ਵੀ ਜਿਸ ਨੂੰ ਪ੍ਰਾਪਤ ਹੋ ਜਾਵੇ ਮਨੁੱਖ ਨੂੰ ਇਹ 9 ਭਗਤੀਆਂ ਵਿੱਚੋਂ, ਕੁਲ ਸਮੇਤ ਤਰ ਹੈ ਭਵ ਸਾਗਰ। ਉਹ ਆਪਣੀ ਕੁਲ ਦੇ ਸਮੇਤ ਹੀ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਅਵਰ ਤਰੈ ਤਿਹ ਸੰਗਾ। ਉਹਨੇ ਆਪ ਤੇ ਤਰਨਾ, ਦੀ ਕੁਲ ਨੇ ਵੀ ਤਰਨਾ, ਜਿਹੜੇ ਉਹਦੇ ਨਾਲ ਹੋਰ ਵੀ ਮਿਲ ਜਾਂਦੇ ਆ, ਉਹਦੇ ਮਿੱਤਰ ਸੱਜਣ ਬਣ ਜਾਂਦੇ, ਉਹਦਾ ਬਚਨ ਮੰਨਦੇ ਭਾਈ, ਉਹ ਵੀ ਨਾਲ ਹੀ ਤਰ ਜਾਂਦੇ ਹੈ। ਹੋਰ ਭਗਤ ਕਰਤ ਮਾਇਆ ਨਹਿ ਮੋਹ ਹੈ। ਇਸੇ ਤਰ੍ਹਾਂ ਭਾਈ ਮਰਦਾਨਾ ਜੀ ਜਿਹੜੇ ਭਗਤੀ ਕਰਦੇ ਫਿਰ ਉਹਨਾਂ ਨੂੰ ਮਾਇਆ ਨਹੀਂ ਮੋਹ ਸਕਦੀ, ਮਾਇਆ ਨਹੀਂ ਅਸਰ ਕਰਦੀ, ਮਾਇਆ ਨਾਲ ਉਹ ਮੋਹੇ ਨਹੀਂ ਜਾਂਦੇ। ਰਚ ਹੈ ਹਰ ਕੇ ਰੰਗਾ। ਉਹਦੇ ਹਰੀ ਪਰਮੇਸ਼ਰ ਦੇ ਰੰਗ ਵਿੱਚ ਰਚੇ ਰਹਿੰਦੇ ਐ, ਰੰਗ ਵਿੱਚ ਹੀ ਲੀਨ ਰਹਿੰਦੇ ਹਨ। ਸ਼ੂਲ ਕਾ ਛੰਦ ਮਰਦਾਨਾ ਸੁਨ ਕਰਤਬੈ। ਇੱਧਰ ਭਾਈ ਮਰਦਾਨਾ ਜੀ ਤਦੋਂ ਸੁਣ ਕੇ ਪਦ ਪਰ ਧਰ ਲਾਰ ਅਲਾਵੈ। ਆਪਣਾ ਜਿਹੜਾ ਮੱਥਾ ਹੈ ਨਾ ਸੀਸ, ਉਸ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਰੱਖ ਕਰਕੇ ਤੇ ਐਵੇਂ ਕਹਿੰਦੇ ਹੈ, ਸਤ ਬਚਨ ਤੁਮ ਕਹਿਤ ਹੋ। ਗੁਰੂ ਨਾਨਕ ਸਾਹਿਬ ਜੀ ਤੁਸੀਂ ਤੇ ਹਮੇਸ਼ਾ ਸੱਚ ਬਚਨ ਹੀ ਕਹਿੰਦੇ ਹੋ, ਸੱਚ ਹੀ ਬਚਨ ਹੈ ਤੁਹਾਡਾ। ਜੋ ਭਵ ਕੇ ਦੁਖ ਦਾਰ ਮਿਟਾਵੈ। ਜੋ ਆਪ ਜੀ ਦੇ ਬਚਨ ਹੈ ਨਾ, ਜੇ ਭਵ ਕੇ ਜਿਹੜੇ ਆਪ ਜੀ ਦੇ ਬਚਨ ਇਹ ਸੰਸਾਰ ਦੇ ਦੁੱਖ ਦਲਿਦਰਾਂ ਨੂੰ ਟਾਲਦੇ ਆ, ਮਿਟਾਉਂਦੇ ਹਨ। ਦੁਵਈਆ ਛੰਦ ਇਤਨੇ ਮਹਿਲਾ ਲੋ ਤਹ ਆਵਾ। ਇੰਨੇ ਜਦੋਂ ਭਾਈ ਮਰਦਾਨਾ ਜੀ ਆਪਣਾ ਸੀਸ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ ਕਹਿ ਰਹੇ ਸਨ ਕਿ ਗੁਰੂ ਸਾਹਿਬ ਜੀ ਆਪ ਜੀ ਦੇ ਬਚਨ ਤੇ ਸੱਤ ਹੀ ਹੈ, ਸੱਤ ਬਚਨ ਹੈ ਤੁਹਾਡੇ, ਦੁੱਖ ਦਰਿਦਰ ਨੂੰ ਦੂਰ ਕਰਦੇ ਬਚਨ ਆਪ ਜੀ ਦੇ। ਇਹ ਗੱਲ ਹਜੇ ਕਰ ਹੀ ਰਹੇ ਸਨ, ਗੱਲ ਕਰ ਹੀ ਰਹੇ ਸਨ। ਇਹਨੇ ਵਿੱਚ ਭਾਈ ਲਾਲੋ ਜੀ ਵੀ ਉੱਥੇ ਆ ਗਏ। ਇਹ ਬਿਦ ਕਹਿਓ ਸੁਨਾਈ। ਇਸ ਤਰ੍ਹਾਂ ਕਹਿ ਕੇ ਸੁਣਾਇਆ, ਅਚ ਵਹਿ ਅਸਨ ਚਲਹੁ ਸ੍ਰੀ ਨਾਨਕ। ਕਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ, ਆ ਸਾਡੇ ਘਰ ਚੱਲੋ ਤੇ ਆ ਭੋਜਨ ਛਕੋ। ਦੁਖ ਕੁੰਜਰ ਮਿਰਗਦਾਈ। ਆਪ ਜੀ ਦੇ ਜੋ ਦੁੱਖਾਂ ਰੂਪ ਹਾਥੀ ਹੈ ਨਾ, ਉਸ ਨੂੰ ਮਾਰਨ ਵਾਸਤੇ ਹਿਰਨਾ ਦੇ ਰਾਜੇ ਸ਼ੇਰ ਹੋ। ਭਵ ਬੰਧਨ ਪਪੰਨੰਗ ਜੇ ਗ੍ਰਸੇ। ਜੋ ਇਹ ਸੰਸਾਰ ਦੇ ਬੰਧਨ ਹੈ, ਮੋਹ ਮਮਤਾ ਦੇ, ਇਹ ਸੱਪ ਵਾਂਗ ਹੈ, ਇਹਦੇ ਵਿੱਚ ਤੇ ਸਾਡੇ ਵਰਗੇ ਮਨੁੱਖ ਗ੍ਰਸੇ ਹੋਏ, ਫੜੇ ਹੋਏ ਐ। ਬੈਨ ਤੇ ਹੋ ਤਿਨ ਕੋ। ਬੈਨ ਤੇ ਹੋ ਤਿਨ ਕੋ। ਆਪ ਜੀ ਦੇ ਜਿਹੜੇ ਬਚਨ ਹੈ ਉਹ ਤੇ ਗੁਰੂ ਸਾਹਿਬ ਜੀ ਆ ਗਰੜ ਪੰਛੀ ਵਾਂਗ ਹੈ, ਜਿਵੇਂ ਗਰੜ ਨੂੰ ਵੇਖ ਕੇ ਸੱਪ ਨੱਠ ਜਾਂਦੇ ਆ, ਇਸੇ ਤਰ੍ਹਾਂ ਆਪ ਦੇ ਬਚਨਾਂ ਰੂਪੀ ਗਰੜ ਤੋਂ ਇਹ ਜਿਹੜੇ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਹੈ ਇਹ ਦੂਰ ਹੋ ਜਾਂਦੇ, ਨੱਠ ਭੱਜ ਜਾਂਦੇ ਹਨ। ਕਰ ਕਿਰਤਾਰਥ ਮੁਝ ਕਰੁਣਾ ਕਰ। ਮੇਰੇ ਤੇ ਕਿਰਪਾ ਕਰਕੇ ਸਤਿਗੁਰੂ ਜੀ ਸਾਡੇ ਗ੍ਰਹਿ ਵਿਖੇ ਚਰਨ ਪਾ ਕੇ ਨਿਹਾਲ ਕਰੋ ਜੀ, ਕਿਰਤਾਰਥ ਕਰੋ ਜੀ। ਆਨਨ ਪਾਈ ਅਸਨ ਕੋ। ਸਾਡਾ ਗਰੀਬਾਂ ਦਾ ਬਣਿਆ ਹੋਇਆ ਭੋਜਨ ਆਪਣੇ ਮੁਖ ਵਿੱਚ ਪਾ ਕੇ ਨਿਹਾਲ ਕਰੋ ਜੀ। ਸੁਣ ਕਰ ਸ੍ਰੀ ਮੁਖ ਬਚਨਾ ਪਾਖੇ। ਸੁਣ ਕਰਕੇ ਭਾਈ ਲਾਲੋ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਆਲਹ ਇਹ ਠਾਂ ਜਾਈ। ਕਿਹਾ ਹੈ ਭਾਈ ਲਾਲੋ ਜੀ ਉਹ ਜਿਹੜਾ ਬਣਿਆ ਹੋਇਆ ਭੋਜਨ ਤੁਸੀਂ ਜਾ ਕੇ ਇਸੇ ਥਾਂ ਹੀ ਲੈ ਆਓ। ਕਹਿ ਲਾਲੋ ਤੁਮਰੇ ਗਲ ਜੰਨੂ। ਗੁਰੂ ਸਾਹਿਬ ਜੀ ਨੂੰ ਭਾਈ ਲਾਲੋ ਜੀ ਕਹਿਣ ਲੱਗੇ ਆ, ਕਿਉਂਕਿ ਗੁਰੂ ਸਾਹਿਬ ਜੀ ਨੇ ਉਹ ਗਲ ਵਿੱਚ ਐਵੇਂ ਸਰੀਰ ਤੇ ਇੱਕ ਧਾਗਾ ਜਿਹਾ ਧਾਰਨ ਕੀਤਾ ਸੀ, ਕਿਉਂਕਿ ਮਹਾਰਾਜ ਨੇ ਜੰਝੂ ਤੇ ਉਸ ਵਕਤ ਪਾਇਆ ਨਹੀਂ, ਭਾਵੇਂ ਕਿ ਉਹ ਪੰਡਿਤ ਹਰਦਿਆਲ ਹੋਣੀ ਪਾਉਣ ਲੱਗੇ ਸੀ, ਬੜੀ ਜ਼ੋਰੋ ਜ਼ੋਰੀ ਗੁਰੂ ਸਾਹਿਬ ਜੀ ਨੇ ਉਹ ਇਨਕਾਰ ਕੀਤਾ ਸੀ, ਆਪਣਾ ਹੱਥ ਦੇ ਨਾਲ ਪਰੇ ਕੀਤਾ ਸੀ। ਫਿਰ ਉਹ ਸਾਰਿਆਂ ਨੇ ਮਿਲ ਜੁਲ ਕੇ ਕੋਸ਼ਿਸ਼ ਜਿਵੇਂ ਕੀਤੀ, ਤੇ ਗੁਰੂ ਸਾਹਿਬ ਜੀ ਦੀ ਮੌਜ ਹੈ ਕਿ ਭਰਮ ਦੂਰ ਕਰਨ ਵਾਸਤੇ ਜਿਵੇਂ ਆਪ ਚੋਜ ਵੀ ਕਈ ਕਰ ਲੈਂਦੇ ਸੀ, ਧਾਨਕ ਰੂਪ ਰਹਾ ਕਰਤਾਰ, ਉਹ ਧਾਨਕ ਰੂਪ ਧਾਰਨ ਕਰ ਲਿਆ ਸੀ, ਜਿਹੜੇ ਸਿੱਖਾਂ ਦੀ ਸਿੱਖੀ ਵੇਖਣ ਵਾਸਤੇ ਤੇ ਭਰਮੀਆਂ ਨੂੰ ਭਜਾਉਣ ਵਾਸਤੇ
ਜਿਹੜੇ ਕੱਚੇ ਪੇਲੇ ਸਨ। ਇਸੇ ਤਰ੍ਹਾਂ ਭਾਈ ਲਾਲੋ ਜੀ ਦਾ ਜਿਹੜਾ ਭਰਮ ਜਿਹਾ ਦੂਰ ਕਰਨ ਵਾਸਤੇ ਵੀ ਇਹ ਜਿਹੜਾ ਧਾਗਾ ਹੈ ਜੰਜੂ ਜਿਹਾ, ਇਹਦਾ ਕੋਈ ਇਸ ਤਰ੍ਹਾਂ ਕੋਈ ਬੰਦਿਸ਼ ਨਹੀਂ ਹੈ, ਅਤੇ ਉਹ ਇਹਦਾ ਭਰਮ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਹੈ। ਇਹ ਭਾਈ ਲਾਲੋ ਜੀ ਨੇ ਕਿਹਾ ਹੈ ਮਹਾਰਾਜ ਆਪ ਜੀ ਦੇ ਆ ਸਰੀਰ ਦੇ ਉੱਪਰ ਉਹ ਧਾਗਾ ਹੈ, ਜੰਜੂ ਹੈ। ਰਹਿਰ ਅਸਨ ਕਿਉਂ ਪਾਈ, ਆ ਬਾਹਰ ਭਲਾ ਫਿਰ ਆਪ ਕਿਵੇਂ ਉਹ ਭੋਜਨ ਜਿਹੜਾ ਪਾ ਸਕਦੇ ਹੋ, ਕਿਉਂਕਿ ਉਹ ਚੌਂਕੇ ਤੋਂ ਬਾਹਰ ਜਿਹੜਾ ਜੰਜੂ ਪਾ ਲਿਓ ਤੇ ਭੋਜਨ ਨਹੀਂ ਸਕਦਾ ਹੈ। ਚੌਂਕੇ ਅੰਦਰ ਚੱਲ ਕਰ ਜੀਵੋ, ਕਿਉਂਕਿ ਜਿਹੜਾ ਧਰਮ ਦਾ ਇਹ ਸੰਸਕਾਰ ਜਿਹਾ ਕਰ ਲੇ ਤੇ ਉਹਨੂੰ ਤੇ ਇਹੀ ਹਦਾਇਤ ਹੈ ਕਿ ਉਹ ਚੌਂਕੇ ਦੇ ਅੰਦਰ ਹੀ ਬੈਠ ਕੇ ਛਕਦਾ ਹੈ, ਧੋਤੀ ਪਹਿਨ ਕੇ ਜੰਜੂ ਪਾ ਕੇ ਗੋਬਰ ਦਾ ਲੇਪਣ ਆਦਿ ਦੇ ਕੇ। ਤੇ ਆਪ ਜੀ ਚੌਂਕੇ ਤੋਂ ਬਾਹਰ ਕਿਵੇਂ ਉਹ ਮੁੱਖ ਜੇ ਭੋਜਨ ਪਾਉਣਾ ਚਾਹੁੰਦੇ ਹੋ, ਕਿਵੇਂ ਮੰਗਾ ਰਹੇ ਹੋ ਸਤਿਗੁਰੂ ਜੀ? ਆਪ ਜੀ ਚੌਂਕੇ ਅੰਦਰ ਹੀ ਚੱਲ ਕੇ ਉਹ ਭੋਜਨ ਛਕੀਏ। ਉੱਤਮ ਜਨਮ ਤੁਮਾਰਾ, ਕਿਉਂਕਿ ਆਪ ਜੀ ਦਾ ਬੇਦੀ ਕੁਲ ਦੇ ਵਿੱਚ ਛਤਰੀਆਂ ਵਿੱਚ ਉੱਤਮ ਜਨਮ ਹੈ ਆਪ ਜੀ ਦਾ। ਜੇ ਇਹ ਠਾ ਮੰਗਵਾ ਵਹ ਸੁਆਮੀ, ਜੇ ਫਿਰ ਵੀ ਆਪਣੀ ਮੌਜ ਵਿੱਚ ਆ ਕੇ ਸੁਆਮੀ ਮਾਲਕ ਇੱਥੇ ਮੰਗਾਉਂਦੇ ਹੋ, ਸੰਸਾ ਖੋਏ ਹਮਾਰਾ, ਮੇਰਾ ਸਤਿਗੁਰੂ ਜੀ ਆ ਸੰਸਾ ਗਵਾ ਦਈਏ ਵੀ ਆਪ ਜੀ ਚੌਂਕੇ ਤੋਂ ਬਾਹਰ ਕਿਵੇਂ ਆ ਭੋਜਨ ਛਕਣਾ ਕਰ ਰਹੇ ਹੋ। ਜਿਹੜੇ ਛਤਰੀ ਹੈ ਸੰਸਕਾਰ ਕਰ ਲੈਂਦੇ, ਉਹ ਤੇ ਜਦੋਂ ਧਰਮ ਦੇ ਸੰਸਕਾਰ ਵਿੱਚ ਪ੍ਰਵਿਰਤ ਹੋ ਜਾਂਦੇ ਹੈ ਉਹ ਤੇ ਚੌਂਕੇ ਤੋਂ ਬਾਹਰ ਨਹੀਂ ਛਕਦੇ ਆ, ਫਿਰ ਆਪ ਕਿਵੇਂ ਛਕਣਾ ਚਾਹੁੰਦੇ ਹੋ? ਸੰਸਾ ਮੇਰਾ ਦੂਰ ਕਰੀਏ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ, ਗੁਰੂ ਸਾਹਿਬ ਜੀ ਮੁਖੋਂ ਕਹਿਣ ਲੱਗੇ ਹੈ, ਕਿਹਾ ਹੈ ਭਾਈ ਲਾਲੋ ਜੀ ਇਹ ਜਿੰਨੀ ਵੀ ਪਰਮੇਸ਼ਰ ਦੀ ਬਣਾਈ ਹੋਈ ਧਰਤੀ ਹੈ, ਤਿਤਨੋ ਚੌਂਕਾ ਜਾਣਾ, ਉਹ ਸਾਰਾ ਹੀ ਤੁਸੀਂ ਚੌਂਕਾ ਹੀ ਜਾਣ ਲਓ। ਸੱਚ ਰਤੇ ਸੇ ਸੂਚੇ ਹੋਈ, ਜਿੰਨੀ ਇਹ ਧਰਤੀ ਨੂੰ ਚੌਂਕਾ ਹੀ ਜਾਣ ਲਓ। ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਨਾ, ਉਹ ਜਿੱਥੇ ਵੀ ਬੈਠਣ ਉਹਨਾਂ ਵਾਸਤੇ ਉਹ ਚੌਂਕਾ ਹੀ ਆ। ਸਤਿਨਾਮ ਵਾਹਿਗੁਰੂ ਕਹਿ ਕੇ ਉਹਨਾਂ ਨੂੰ ਛਕ ਲੈਣਾ ਚਾਹੀਦਾ, ਉਹ ਛਕ ਲੈਂਦੇ ਆ। ਹੋਰ ਵੀ ਸੁਣੋ ਕਿ ਇਹ ਨਹੀਂ ਕਿ ਗੋਬਰ ਦਾ ਉਹ ਲੇਪਣ ਦੇ ਨਾਲ ਹੀ ਚੁੱਲ੍ਹਾ ਜਿਹੜਾ ਸੁੱਚਾ ਹੁੰਦਾ ਹੈ। ਇਹ ਪਰਮੇਸ਼ਰ ਦੀ ਧਰਤੀ ਸਾਰੀ ਸੁੱਚੀ ਹੈ। ਬਾਕੀ ਜੋ ਸੱਚ ਰੱਤੇ, ਜਿਹੜੇ ਸੱਚ ਪਰਮੇਸ਼ਰ ਦੇ ਨਾਮ ਵਿੱਚ ਰੱਤੇ ਹੈ, ਰੰਗੇ ਹੈ, ਉਹਦੇ ਸੁੱਚੇ ਹੋ ਗਏ ਹੈ, ਨਿਰਮਲ ਹੋ ਗਏ ਹੈ। ਸ਼ਬਦ ਰੱਤੇ ਸੇ ਨਿਰਮਲੇ, ਗੁਰਬਾਣੀ 'ਚ ਬਚਨ ਹੈ ਸੱਚ ਰੱਤੇ ਸੇ ਨਿਰਮਲੇ। ਦੋ ਤਰ੍ਹਾਂ ਦੇ ਸ਼ਬਦ ਆਉਂਦੇ ਹੈ। ਜਿਹੜੇ ਸੱਚ ਪਰਮੇਸ਼ਰ ਨਾਲ ਰੱਤੇ ਆ ਉਹ ਨਿਰਮਲੇ ਉਜਲ ਹੋ ਗਏ, ਸੁੱਚੇ ਹੋ ਗਏ ਹੈ। ਭਾਈ ਲਾਲੋ ਮਨ ਕੋ ਭਰਮ ਮਿਟਾਨੋ, ਉਹਨਾਂ ਨੇ ਮਨ ਦਾ ਭਰਮ ਮਿਟਾ ਦਿੱਤਾ, ਇਸ ਕਰਕੇ ਤੂੰ ਵੀ ਆਪਣੇ ਮਨ ਦਾ ਭਰਮ ਮਿਟਾ। ਸੁਣ ਕਰ ਲਾਲੋ ਬਿਕਸਿਓ ਤਬ ਹੀ, ਸੁਣ ਕਰਕੇ ਭਾਈ ਲਾਲੋ ਤੇ ਖਿੜਖੜਾ ਕੇ ਹੱਸੇ ਤਦੋਂ। ਆਨਿਓ ਭੋਜਨ ਤਾ ਧਾਈ, ਬੜਾ ਦੌੜ ਕੇ ਗਏ ਹੈ ਘਰ ਵਿੱਚ ਤੇ ਭੋਜਨ ਲੈ ਕੇ ਆਏ ਹੈ। ਬਣੀ ਬਾਜਰੇ ਕੀ ਸ਼ੁਭ ਰੋਟੀ, ਉਹ ਜੋ ਭੋਜਨ ਬਣਾਇਆ ਬੜੀਆਂ ਚੰਗੀਆਂ ਸੋਹਣੀਆਂ ਰੋਟੀਆਂ ਬਾਜਰੇ ਦੀਆਂ ਬਣੀਆਂ ਹਨ। ਸਰਖਪ ਸਾਗ ਬਣਾਈ, ਫਿਰ ਸਰੋਂ ਦਾ ਨਾਲ ਸਾਗ ਬਣਾਇਆ ਹੈ। ਮਰਦਾਨੇ ਅਵਲੋਕ ਆਹਾਰਾ, ਇੱਧਰ ਭਾਈ ਮਰਦਾਨੇ ਜੀ ਨੇ ਜਦੋਂ ਭੋਜਨ ਵੱਲ ਦੇਖਿਆ ਹੈ, ਮਨ ਮਹਿ ਗਟੀ ਵਿਚਾਰੀ, ਮਨ ਵਿੱਚ ਬੜੀ ਗਿਣਤੀ ਜੀ ਕੀਤੀ, ਵਿਚਾਰ ਜੀ ਕੀਤੀ ਵੀ ਪ੍ਰਸ਼ਾਦੇ ਦੇ ਬਾਜਰੇ ਦੇ ਬੜੇ ਮੋਟੇ ਹੈ, ਖਾਣੇ ਬੜੇ ਔਖੇ ਹੋ ਜਾਣਗੇ। ਜਿਹ ਬਿਦ ਗੁਣੀ ਸੋ ਜਾਨੀ ਸ੍ਰੀ ਗੁਰ, ਜਿਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਮਨ 'ਚ ਵਿਚਾਰੀ ਸੀ ਨਾ ਕਿ ਬਾਜਰੇ ਦੇ ਪ੍ਰਸ਼ਾਦੇ ਹੈ ਤੇ ਖਾਣੇ ਬੜੇ ਔਖੇ ਹੋ ਜਾਣਗੇ, ਮੋਟੇ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀ ਗੱਲ ਜਾਣੀ ਹੈ। ਅੰਤਰਜਾਮੀ ਸਾਰੀ, ਜੋ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਗੁਰੂ ਸਾਹਿਬ ਜੀ ਉਹ ਸਾਰੀ ਗੱਲ ਜਾਣਗੇ ਭਾਈ ਮਰਦਾਨੇ ਦੀ। ਮਰਦਾਨੇ ਕਿਉਂ ਗਿਣਤੀ ਕੀਨੀ, ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨੇ ਆਪਣਾ ਤੁਸਾਂ ਨੇ ਮਨ ਵਿੱਚ ਕਿਉਂ ਆ ਗਿਣਤੀ ਜੀ ਕੀਤੀ, ਵਿਚਾਰ ਕੀਤੀ ਹੈ। ਅਚ ਬਹੁ ਜਾਨਹੁ ਤਬ ਹੀ, ਪਿਆ ਸਾਗ ਨਾ ਰੋਟੀਆਂ ਹੈ ਬਾਜਰੇ ਦੀਆਂ ਬੜੀਆਂ ਸਖਤ ਤੇ ਮੋਟੀਆਂ ਹੈ। ਇਹ ਤੇ ਜਦੋਂ ਤੁਸੀਂ ਛਕੋਗੇ ਉਦੋਂ ਹੀ ਜਾਣੋਗੇ ਦਾ ਸਵਾਦ। ਕਹਿ ਕਰ ਦੀਨੋ ਨਿਜ ਕਰ ਅਸਨਾ, ਇਸ ਤਰ੍ਹਾਂ ਕਹਿ ਕਰਕੇ ਗੁਰੂ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਵਿੱਚ ਪ੍ਰਸ਼ਾਦਾ ਲੈ ਕੇ
ਉੱਪਰ ਆਪ ਹੀ ਸਾਗ ਪਾ ਕੇ ਤੇ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ ਹੈ ਪ੍ਰਸ਼ਾਦਾ। ਜੋ ਦਾਨੀ ਸੁਖ ਸਭ ਹੀ, ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਗੁਰੂ ਸਾਹਿਬ ਜੀ। ਮਰਦਾਨੇ ਤਬ ਪਾਇਓ ਕੋਰਾ, ਤਦੋਂ ਭਾਈ ਮਰਦਾਨਾ ਜੀ ਨੇ ਪ੍ਰਸ਼ਾਦੇ ਦੀ ਬੁਰਕੀ ਜੀ ਤੋੜ ਕੇ ਤੇ ਮੁਖ ਵਿੱਚ ਪਾਈ ਹੈ। ਸਦਾ ਸਵਾਦ ਜਨ ਆਇਆ, ਮਨ ਮਾਨੋ ਕਿ ਜੇ ਅੰਮ੍ਰਿਤ ਵਰਗਾ ਹੀ ਸਵਾਦ ਆਇਆ ਹੈ। ਪਰਮ ਪੁਰਖ ਪੂਰਨ ਪਰਮਾਤਮਾ, ਕਹਿਣ ਲੱਗੇ ਜੋ ਪਰਮ ਪੁਰਖ ਪਰਮੇਸ਼ਰ ਪੂਰਨ ਤੇ ਪਰਮਾਤਮਾ ਜੀ। ਸ੍ਰੀ ਮੁਖ ਵਾਕ ਅਲਾਇਆ, ਸੋਭਾ ਵਾਲੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਜੋ ਪਰਮ ਪੁਰਖ ਹੈ ਪੂਰਨ ਪਰਮਾਤਮਾ ਆਪ ਹੈ। ਅਸਨ ਬਨਿਓ ਹੈ ਕੈਸੇ ਸਵਾਦਾ, ਕਿਹਾ ਹੈ ਭਾਈ ਮਰਦਾਨਾ ਜੀ ਇਹ ਜਿਹੜਾ ਭੋਜਨ ਹੈ ਦੱਸੋ ਹਾਂ ਭਲਾ ਕਿਸ ਤਰ੍ਹਾਂ ਦਾ ਸਵਾਦ ਬਣਿਆ ਹੈ। ਦੇਵ ਹੋ ਸੁਧ ਮਰਦਾਨਾ, ਭਾਈ ਮਰਦਾਨਾ ਜੀ ਉਹ ਖਬਰਸਾਰ ਦਿਓ ਭਲਾ ਭੋਜਨ ਕਿਸ ਤਰ੍ਹਾਂ ਦਾ ਸਵਾਦ ਬਣਿਆ ਹੈ। ਮੁਸਕ ਮਨਾਕ ਭਲੇ ਬਚ ਐਸੇ, ਭਾਈ ਮਰਦਾਨਾ ਜੀ ਥੋੜਾ ਜਿਹਾ ਮੁਸਕਰਾ ਕੇ ਤੇ ਇਸ ਤਰ੍ਹਾਂ ਦੇ ਬਚਨ ਕਹੇ ਹੈ। ਕੈਸੇ ਕਰੂੰ ਬਖਾਨਾ, ਕਿਹਾ ਹੈ ਮਹਾਰਾਜ ਮੈਂ ਇਸ ਮੁਖ ਤੋਂ ਕਿਸ ਤਰ੍ਹਾਂ ਕਹਿਣਾ ਕਰਾਂ ਆਪ ਜੀ ਨੂੰ। ਸੁਨਿਓ ਸਦਾ ਪਸ਼ਯੰਤ ਨਾ ਕਬਹੂ, ਆ ਸਦਾ ਹੀ ਸੁਣਿਆ ਸੀ ਕਿ ਅੰਮ੍ਰਿਤ ਹੈ ਤੇ ਪਰ ਵੇਖਿਆ ਨਹੀਂ ਸੀ, ਅੱਖੀ ਨਹੀਂ ਸੀ ਵੇਖਿਆ ਅੰਮ੍ਰਿਤ। ਸਾਧ ਬਨਿਓ ਹੈ ਜਿਸ ਤਰ੍ਹਾਂ ਸੁਣਿਆ ਸੀ ਨਾ ਕਿ ਅੰਮ੍ਰਿਤ ਬਹੁਤ ਮਹਾਨ ਦਾ ਸਵਾਦ ਬੜਾ ਮਹਾਨ ਹੈ, ਉਸੇ ਤਰ੍ਹਾਂ ਦਾ ਇਹ ਸਵਾਦ ਭੋਜਨ ਬਣਿਆ ਹੈ, ਅੰਮ੍ਰਿਤ ਵਰਗਾ ਹੀ ਬਣਿਆ ਹੈ ਭੋਜਨ ਸਤਿਗੁਰੂ ਜੀ। ਅੰਤਰ ਜਾਮੀ ਜਾਣਦਾ ਤੁਮ ਸਭ, ਅੰਤਰ ਜਾਮੀ ਸਤਿਗੁਰੂ ਜੀ ਤੁਸੀਂ ਸਭ ਜਾਣਦੇ ਹੀ ਹੋ। ਵਰਤ ਹੈ ਔਰ ਜਹ ਜੋ, ਔਰ ਮੈਂ ਜੋ ਸਾਡੇ ਵਰਗੇ ਦੇ ਮਨ ਵਿੱਚ ਵਰਤਦੀ ਹੈ ਨਾ ਗੱਲ ਉਹ ਤੁਸੀਂ ਜਾਣਦੇ ਹੋ। ਜਿਵੇਂ ਮੇਰੇ ਮਨ ਵਿੱਚ ਵਰਤੀ ਹੈ ਕਿ ਆ ਪ੍ਰਸ਼ਾਦੇ ਦੇ ਬੜੇ ਮੋਟੇ ਹੈ, ਬਾਜਰੇ ਦੇ ਕਿਵੇਂ ਖਾਵਾਂਗਾ, ਸਤਿਗੁਰੂ ਜੀ ਤੁਸੀਂ ਸਭ ਜਾਣਦੇ ਹੋ। ਲਾਲੋ ਬਿਨੈ ਸੁਨਾਈ ਸੁਣ ਕੇ ਸਤਿਗੁਰੂ ਜੀ ਦੇ ਤੇ ਭਾਈ ਮਰਦਾਨੇ ਦੇ ਬਚਨ ਬੇਨਤੀ ਦੇ ਸਹਿਤ ਭਾਈ ਲਾਲੋ ਨੇ ਬਚਨ ਸੁਣਾਇਆ, ਬੇਨਤੀ ਸੁਣਾਈ ਹੈ। ਵੱਡਿਆਂ ਨੇ ਕੀ ਵਡਿਆਈ, ਕਿਹਾ ਹੈ ਮਹਾਰਾਜ ਵੱਡਿਆਂ ਦੀ ਤੇ ਇਹੋ ਹੀ ਵੱਡੀ ਵਡਿਆਈ ਹੈ। ਭਾਉ ਪੁਰਖ ਮੈਂ ਦੇਖਤ ਹਿਤ ਕਰ, ਉਹ ਹਮੇਸ਼ਾ ਜਿਹੜੇ ਵੱਡਿਆਂ ਦੀ ਇਹੋ ਵੱਡੀ ਵਡਿਆਈ ਹੈ। ਉਹ ਭਾਵ ਪ੍ਰੇਮ ਪੁਰਖ ਵਿੱਚ ਨਾ ਮਨੁੱਖ ਵਿੱਚ ਉਹ ਪ੍ਰੇਮ ਹੀ ਦੇਖਦੇ, ਉਹਦੇ ਹਿੱਤ ਪ੍ਰੇਮ ਨੂੰ ਹੀ ਕਰਕੇ। ਅਸਨ ਵਿਚਾਰ ਨਾ ਕਾਈ, ਉਹਦਾ ਹਿੱਤ ਵੇਖਦੇ ਆ, ਉਹਦਾ ਪ੍ਰੇਮ ਵੇਖਦੇ। ਉਹ ਪੁਰਖ ਦਾ ਜਿਹੜੇ ਵੱਡੇ ਪੁਰਸ਼ ਹੁੰਦੇ ਆ ਤੇ ਭੋਜਨ ਵਿੱਚ ਵਿਚਾਰ ਨਹੀਂ ਕਰਦੇ, ਜੋ ਕਿ ਰੁੱਖਾ ਦੇ ਦੇ ਮਿੱਸਾ ਦੇ ਦੇ ਉਹ ਛਕ ਲੈਂਦੇ ਆ ਸੰਤ ਸਾਧੂ। ਦੋਹਰਾ ਪਾਜੀ ਲੀਨੀ ਬਿਦਰਕੀ, ਦੇਖ ਲਓ ਸਤਿਗੁਰੂ ਮਹਾਰਾਜ ਮੈਂ ਸੁਣਿਆ ਕਿ ਬਿਦਰ ਸੀ ਦਾਸੀ ਦਾ ਪੁੱਤਰ ਦੁਆਪਰ ਵਿੱਚ, ਤੇ ਉਸ ਨੇ ਉਸ ਬਿਦਰ ਗਰੀਬ ਦੀ ਜੋ ਕ੍ਰਿਸ਼ਨ ਭਗਵਾਨ ਸਨ ਉਹਨਾਂ ਨੇ ਉਹਦੇ ਘਰ ਵਿੱਚ ਜਾ ਕੇ ਪਹਿਲਾਂ ਤੇ ਕੇਲੇ ਦੀਆਂ ਛਿਲੜਾਂ ਹੀ ਖਾ ਲਈਆਂ ਸਨ। ਫਿਰ ਦੂਸਰੀ ਵਾਰ ਜਦੋਂ ਸਾਗ ਬਣਾਇਆ ਉਹ ਲੂਣੇ ਸਾਗ ਦੀ ਭਾਜੀ ਲੈ ਲਈ ਸੀ, ਲੂਣਾ ਸਾਗ ਹੀ ਛਕ ਲਿਆ ਸੀ ਸਤ ਕਹਿ ਕੇ। ਦੁਰਯੋਧਨ ਤਾਜ ਰਾਜ, ਜੋ ਦੁਰਯੋਧਨ ਰਾਜਾ ਸੀ ਉਹਦੇ ਚੰਗੇ ਚੰਗੇ ਪਦਾਰਥ ਛੱਡ ਦਿੱਤੇ ਸੀ। ਦਿਜਬਰ ਕੇ ਤੰਦੁਲ ਲਏ, ਹੋਰ ਵੀ ਮੈਂ ਸੁਣਿਆ ਕਿ ਜੋ ਦਿਜਬਰ ਸੁਦਾਮਾ ਸੀ ਗਰੀਬ ਵਿਚਾਰਾ ਉਹਦੇ ਕੱਚੇ ਭੁੰਨੇ ਚੌਲ ਹੀ ਲੈ ਲਏ ਸਨ। ਬਿਰਦ ਗਰੀਬ ਨਿਵਾਜ, ਕਿਉਂਕਿ ਭਗਵਾਨ ਦਾ ਇਹ ਬਿਰਦ ਪ੍ਰਾਣੀ ਹੈ ਕਿ ਗਰੀਬਾਂ ਨੂੰ ਨਿਵਾਜਣਾ, ਉਹਨਾਂ ਨੂੰ ਵੱਡਿਆ ਹੀ ਕਰਨਾ। ਜਾਤ ਭੀਲਣੀ ਨੀਚ ਕੇ, ਹੋਰ ਵੀ ਸਤਿਗੁਰੂ ਜੀ ਆ ਤ੍ਰੇਤੇ ਦੇ ਵਿੱਚ ਨੀਚ ਜਾਤ ਦੀ ਜੋ ਭੀਲਣੀ ਸੀ। ਝੂਠੇ ਲੀਨੇ ਬੇਰਾ, ਸ਼੍ਰੀ ਰਾਮਚੰਦਰ ਭਗਵਾਨ ਨੇ ਉਹਦੇ ਝੂਠੇ ਬੇਰ ਹੀ ਲੈ ਲਏ ਸਨ, ਉਹਦੇ ਝੂਠੇ ਬੇਰਾਂ ਨੂੰ ਛਕ ਲਿਆ ਸੀ। ਇਹ ਨਹੀਂ ਸੀ ਸੋਚਿਆ ਜਾਤ ਦੀ ਭੀਲਣੀ ਹੈ। ਤੇ ਉਹ ਇਸ ਤਰ੍ਹਾਂ ਵੀ ਦੱਸਿਆ ਜਾਂਦਾ ਕਿ ਜਿਸ ਤਰ੍ਹਾਂ ਝੂਠੇ ਬੇਰਾਂ ਤੋਂ ਭਾਵ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਉਂਦੇ ਹਾਂ, ਜੇ ਕੋਈ ਪਹਿਲਾਂ ਵਿੱਚੋਂ ਲੈ ਲਵੇ ਭੋਗ ਲੱਗਣ ਤੋਂ ਪਹਿਲਾਂ ਤੇ ਆਪਾਂ ਕਹਿ ਦਿੰਦੇ ਵੀ ਇਹ ਝੂਠਾ ਹੋ ਗਿਆ ਪ੍ਰਸ਼ਾਦ। ਇਸੇ ਤਰ੍ਹਾਂ ਹੀ ਮਾਤਾ ਭੀਲਣੀ ਜੀ ਨੇ ਉਹ ਜਿਹੜੇ ਬੇਰ ਸੀ ਉਹ ਪਹਿਲਾਂ ਬੇਰੀ ਤੋਂ ਛਕ ਲਏ ਸਨ ਤੇ
ਫਿਰ ਸ਼੍ਰੀ ਰਾਮ ਚੰਦਰ ਭਗਵਾਨ ਵਾਸਤੇ ਵੱਖਰੇ ਬੇਰ ਜਿਹੜੇ ਸੁੱਚੇ ਸੁੱਚੇ ਕੱਢ ਲਏ ਸੀ। ਜਿਹੜਾ ਉਹ ਪਹਿਲਾਂ ਛਕ ਲੈਣਾ, ਵੇਖ ਲੈਣਾ ਵੀ ਇਹ ਬੇਰ ਗਲ ਘੋਟੂ ਤੇ ਨਹੀਂ ਹੈ, ਚੰਗੇ ਮਿੱਠੇ ਹੈ, ਤੇ ਉਹ ਉਸ ਦੇ ਸੰਬੰਧ ਦੇ ਨਾਲ ਐਵੇਂ ਝੂਠੇ ਬੇਰ ਹੋ ਜਾਂਦੇ, ਜਿਹੜਾ ਕੋਈ ਪਹਿਲਾਂ ਛਕਾਉਣ ਤੋਂ ਕਿਸੇ ਨੂੰ ਛਕ ਲੈਣਾ ਆਪ। ਇਵੇਂ ਵੀ ਕਿਹਾ ਜਾਂਦਾ ਹੈ, ਕਈ ਕਹਿੰਦੇ ਨਹੀਂ ਜੀ ਉਹਨਾਂ ਨੇ ਤੇ ਆਪ ਮਤਲਬ ਮੁੱਖ ਤੋਂ ਤੋੜ ਕੇ ਬੇਰ ਦਿੰਦੇ ਸਨ, ਪਹਿਲਾਂ ਆਪ ਛਕਦੇ ਸੀ ਫਿਰ ਛਕਾਉਂਦੇ ਸਨ। ਕਈਆਂ ਨੇ ਇਵੇਂ ਵੀ ਕਹਿਣਾ ਹੈ। ਬਾਕੀ ਰਮਾਇਣ ਦੇ ਵਿੱਚ ਇਵੇਂ ਲਿਖਿਆ ਹੁੰਦਾ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ ਭਗਵਾਨ ਅਯੁੱਧਿਆ ਵਾਪਸ ਗਏ ਸਨ ਤੇ ਉਹਨਾਂ ਦੇ ਮਾਤਾ ਜੀ, ਮਾਤਾ ਕੌਸ਼ਲਿਆ ਜੀ ਨੇ ਕਿਹਾ ਸੀ ਕਿ ਮਹਾਰਾਜ ਅਸਾਂ ਨੇ ਸੁਣਿਆ ਕਿ ਜੋ ਨੀਵੀਂ ਜਾਤ ਦੀ ਭੀਲਣੀ ਸੀ ਸਵਰੀ, ਉਹਦੇ ਤੋਂ ਸਾਨੂੰ ਝੂਠੇ ਬੇਰ ਛਕੇ ਸਨ, ਇਹ ਕੀ ਸੱਚ ਹੈ? ਕਹਿਣ ਲੱਗੇ ਮਾਤਾ ਜੀ ਇਹ ਤਾਂ ਸੱਚ ਹੈ। ਉਹ ਕਿਉਂਕਿ ਉਹ ਜਿਹੜੇ ਬੇਰ ਸਨ ਬੜੇ ਸਖਤ ਸੀ, ਬੜੇ ਕਰੜੇ ਸਨ, ਇਸ ਕਰਕੇ ਉਹ ਕੂਲੇ ਕਰ ਕਰ ਸਾਨੂੰ ਮਾਤਾ ਜੀ ਦਿੰਦੇ ਸਨ, ਅਸੀਂ ਛਕਦੇ ਸਾਂ। ਜਦੋਂ ਮੁਸਕਰਾ ਕੇ ਇਵੇਂ ਕਹਿ ਦਿੱਤਾ ਤੇ ਉਹ ਕੌਸ਼ਲਿਆ ਮਾਤਾ ਉੱਥੇ ਚੁੱਪ ਕਰ ਗਏ ਵੀ ਅਸੀਂ ਹੋਰ ਕੁਝ ਕਹਿਣਾ ਚਾਹੁੰਦੇ ਸੀ, ਨਾ ਹੋਰ ਹੀ ਕਹਿ ਦਿੱਤਾ ਹੈ। ਉਹ ਚੁੱਪ ਕਰ ਗਏ ਸੀ। ਇੱਥੇ ਉਹੀ ਦੱਸ ਰਹੇ ਹੈ, ਕਹਿ ਰਹੇ ਹੈ ਭਾਈ ਲਾਲੋ ਜੀ ਕਿ ਗੁਰੂ ਮਹਾਰਾਜ ਵੱਡਿਆਂ ਦੀ ਇਹ ਵਡਿਆਈ ਹੈ ਕਿ ਉਹ ਮਨੁੱਖ ਦਾ ਪ੍ਰੇਮ ਵੇਖਦੇ ਆ, ਉਹਦੀਆਂ ਚੀਜ਼ਾਂ ਨਹੀਂ ਵੇਖਦੇ। ਉਹ ਰੁੱਖੀ ਦੇ ਦੇ, ਮਿੱਸੀ ਦੇ ਦੇ, ਉਹਨੂੰ ਛਕ ਲੈਂਦੇ ਸਤ ਕਹਿ ਕੇ। ਜਿਵੇਂ ਆ ਸਮੇਂ ਸਮੇਂ ਵਿੱਚ ਦੁਆਪਰ ਦੀ ਕਥਾ ਹੈ, ਤ੍ਰੇਤੇ ਦੀ ਕਥਾ ਹੈ। ਤ੍ਰੇਤੇ ਵਿੱਚ ਵੇਖ ਲਓ ਸ਼੍ਰੀ ਰਾਮ ਚੰਦਰ ਭਗਵਾਨ ਨੇ ਨੀਚ ਜਾਤ ਦੀ ਭੀਲਣੀ ਦੇ ਪੰਪਾਸਰ ਨਦੀ ਦੇ ਕੋਲ ਜਾ ਕੇ ਝੂਠੇ ਬੇਰ ਹੀ ਛਕ ਲਏ ਸੀ। ਕੇਵਲ ਭਾਵ ਸੁਭਾਵਈ, ਬਸ ਕੇਵਲ ਤੇ ਕੇਵਲ ਜਿਹੜਾ ਭਾਵ ਪ੍ਰੇਮ ਹੈ ਨਾ ਚੰਗਾ, ਉਹਨੂੰ ਹੀ ਦੇਖਿਆ। ਗੁਣ ਅਵਗੁਣ ਨਹਿਰਾ, ਉਹ ਵੱਡੇ ਪੁਰਖ ਜਿਹੜੇ ਆ ਉਹ ਗੁਣ ਨਹੀਂ ਵੇਖਦੇ, ਔਗੁਣ ਨਹੀਂ ਵੇਖਦੇ ਵੀ ਇਹ 'ਚ ਕਿੰਨੇ ਗੁਣ ਹੈ ਕਿੰਨੇ ਔਗੁਣ ਹੈ। ਔਗੁਣਾਂ ਨੂੰ ਨਹੀਂ ਉਹ ਚਿਤਾਰਦਾ ਮਾਲਕ ਪਰਮੇਸ਼ਰ, ਉਹ ਤੇ ਪ੍ਰੇਮ ਵੇਖਦਾ। ਗੋਬਿੰਦ ਭਾਵ ਭਗਤ ਦਾ ਭੁੱਖਾ, ਗੁਰੂ ਗੋਬਿੰਦ ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ ਤੇ ਭਾਵ ਦਾ ਭੁੱਖਾ ਹੈ। ਉਹ ਐਸਾ ਹੈ ਮਾਲਕ, ਇਸ ਕਰਕੇ ਆਪ ਮਹਾਰਾਜ ਉਹੀ ਹੋਇਆ ਜੋ ਸਮੇਂ ਸਮੇਂ ਵਿੱਚ ਵਰਤੇ ਹੋ। ਇਹ ਭਾਈ ਲਾਲੋ ਜੀ ਬੇਨਤੀਆਂ ਕਰਦੇ ਗੁਰੂ ਸਾਹਿਬ ਜੀ ਦੇ ਕੋਲ। ਗੁਰੂ ਸਾਹਿਬ ਜੀ ਮੁਸਕਰਾ ਕੇ ਅੱਗੋਂ ਬਚਨ ਕਹਿੰਦੇ ਆ, ਜਿਵੇਂ ਉਹ ਕਥਾ ਵਿਚਾਰ ਅੱਗੇ ਆਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ ਜੀ। ਜਾਤ ਭੀਲਨੀ ਨੀਚ ਕੇ ਝੂਠੇ ਲੀਨੇ ਬੇਰਾ, ਕੇਵਲ ਭਾਵ ਸੁਭਾਵਈ, ਗੁਣ ਅਵਗੁਣ ਨਹਿਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।